ਹੈ ਕਿ ਆਪ ਇਹ 11th AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 26 ਮਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਹਫ਼ਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। ਸਟੂਡੀਓ ਦਾ ਨੰਬਰ ਹੈ ਜੀ 6045929191 6045929191। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਸ਼ੁਭ ਸਵੇਰ ਜੀ ਬਿਲਕੁਲ ਡਾਕਟਰ ਸਾਹਿਬ, ਸ਼ੁਭ ਸਵੇਰ। ਤੇ ਖਬਰਾਂ ਦੀ ਜਿਹੜੀ ਸ਼ੁਰੂਆਤ ਆ ਆਪਾਂ ਅੱਜ ਕਰਦੇ ਆ ਪੰਜਾਬ ਤੋਂ ਹੀ। ਪੰਜਾਬ ਸਰਕਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗ ਗਿਆ ਜਦੋਂ ਰਾਜਪਾਲ ਨੇ ਵਿਧਾਇਕਾਂ ਦੀ ਪੈਨਸ਼ਨ ਵਾਲੇ ਜਿਹੜਾ ਫੈਸਲਾ ਸੀ ਉਹਦੇ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। 1 MLA 1 ਪੈਨਸ਼ਨ। ਕੀ ਕਹਿਣਾ ਚਾਹੋਗੇ? ਦੇਖੋ, ਇਹ ਸਭ ਊੜਾ ਜਿਹੜਾ ਆ ਜਿਹੜੀ ਸਰਕਾਰ ਕਿੱਦਾਂ ਚੱਲਦੀ ਹੈ, ਇਹਦੇ ਵਿੱਚ ਕੋਈ ਗੰਦਲਾ ਨਹੀਂ, ਇਹਦੇ ਵਿੱਚ ਕੋਈ ਕੰਪਲੈਕਸ ਇਸ਼ੂ ਨਹੀਂ ਹੈ। ਇਹ ਜਿਹੜਾ ਵੀ ਜੇ ਕਾਨੂੰਨ ਬਣਾਉਣਾ ਹੈ ਉਹ ਵਿਧਾਨ ਸਭਾ ਦੇ ਵਿੱਚ ਬਣਦਾ, ਸੰਸਦ ਦੇ ਵਿੱਚ ਬਣਦਾ ਜੀ। ਆਰਡੀਨੈਂਸ ਉਸ ਵੇਲੇ ਜਾਰੀ ਕਰ ਸਕਦੇ ਆ ਜਿਸ ਵੇਲੇ ਵਿਧਾਨ ਸਭਾ ਜਾਂ ਸੰਸਦ ਸੈਸ਼ਨ ਦੇ ਵਿੱਚ ਨਹੀਂ ਹੈ। ਪੰਜਾਬ ਦੇ ਵਿੱਚ ਅਕਸਰ ਕੀ ਹੁੰਦਾ ਰਿਹਾ ਔਰ ਬਾਕੀ ਵੀ ਸਟੇਟਸ ਦੇ ਵਿੱਚ ਇਦਾਂ ਹੀ ਹੁੰਦਾ ਰਿਹਾ ਕਿ ਵਿਧਾਨ ਸਭਾ ਬਹੁਤ ਘੱਟ ਬੈਠਦੀ ਹੈ। ਔਨ ਐਵਰੇਜ 20 ਦਿਨ ਬੈਠਦੀ ਸੀ ਸਾਲ ਦੇ ਵਿੱਚ ਜੀ। 365 ਦੇ ਵਿੱਚੋਂ 20 ਦਿਨ ਬੈਠਦੀ ਹੈ ਔਰ 345 ਦਿਨ ਜੇ ਕੋਈ ਕਾਨੂੰਨ ਬਣਾਉਣਾ ਚੀਫ ਮਿਨਿਸਟਰ ਅਕਸਰ ਬਣਾਉਂਦੇ ਰਹੇ। ਹੁਣ ਉਹਦੇ ਦੋ ਹੀ ਤਰੀਕੇ ਆ ਕਿ ਜੇ ਤੁਸੀਂ ਆਰਡੀਨੈਂਸ ਜਾਰੀ ਕਰ ਦਿੱਤਾ ਹੈ, ਉਹਦਾ ਜਿਹੜੀ ਵਿਧਾਨਕ ਸਿੱਧੀ ਵਿਧੀ ਹੈਗੀ ਹੈ ਉਹ ਹੈਗੀ ਹੈ ਕਿ ਤੁਸੀਂ ਆਰਡੀਨੈਂਸ ਜਾਰੀ ਕਰਤਾ, ਕੋਈ ਗੱਲ ਨਹੀਂ। ਜਿਸ ਦਿਨ ਵਿਧਾਨ ਸਭਾ ਜਾਂ ਸੰਸਦ ਵਾਪਸ ਸੱਦੀ ਹੈ ਉਸ ਦਿਨ ਉਹਨੂੰ ਬਿੱਲ ਦੇ ਤੌਰ ਤੇ ਇੰਟਰੋਡਿਊਸ ਕਰੋ ਜੀ। ਉਹ 3 ਪੜਾਅ ਥਾਣੀ ਜਾਂਦਾ ਹੈ। ਪਹਿਲੀ ਰੀਡਿੰਗ, ਦੂਸਰੀ ਰੀਡਿੰਗ, ਉਹਦੀ ਲੈਜਿਸਲੇਟਿਵ ਕਮੇਟੀ ਬਣਦੀ ਹੈ। ਉਸ ਕਮੇਟੀ ਨੇ ਆਪਣੀ ਰਿਪੋਰਟ ਦੇਣੀ ਹੈ, ਉਹ ਤੋਂ ਬਾਅਦ ਵੋਟ ਪੈਂਦੀ ਹੈ ਜਿਹਨੂੰ ਅਸੀਂ 3rd ਰੀਡਿੰਗ ਕਹਿੰਦੇ ਹਾਂ। ਹਾਂਜੀ। ਉਸ ਤੋਂ ਬਾਅਦ ਗਵਰਨਰ ਦੇ ਕੋਲ ਜਾਂਦਾ ਜਾਂ ਰਾਸ਼ਟਰਪਤੀ ਦੇ ਕੋਲ ਜਾਂਦਾ ਹੈ। ਇਹ ਹੈਗੀ ਹੈ ਵਿਧੀ। ਤੇ ਇਸ ਕਰਕੇ ਉਹਨਾਂ ਨੇ ਗਵਰਨਰ ਨੇ ਇਹ ਗੱਲ ਕੀਤੀ ਹੈ ਕਿ ਜਿਹੜਾ 1 ਰੈਂਕ 1 ਪੈਨਸ਼ਨ ਹੈ ਉਹ ਆਰਡੀਨੈਂਸ ਤਾਂ ਤੁਸੀਂ ਜਾਰੀ ਕਰ ਦਿੱਤਾ, ਤੁਸੀਂ ਵਿਧਾਨ ਸਭਾ ਪਹਿਲਾਂ ਸੱਦੀ ਸੀ ਉਦੋਂ, ਹੁਣ ਫੇਰ ਸੱਦ ਰਹੇ ਆ। ਇਹਨੂੰ ਵਿਧਾਨ ਸਭਾ ਦੇ ਵਿੱਚ ਪ੍ਰੋਪਰ ਲਾਅ ਬਣਾਓ ਫੇਰ ਭੇਜੋ ਜੀ। ਅੱਛਾ, ਹੁਣ ਆ ਗੱਲ ਹੈਗੀ 1 ਰੈਂਕ 1 ਪੈਨਸ਼ਨ, ਸੌਰੀ 1 MLA 1 ਪੈਨਸ਼ਨ। 1 MLA ਦੀ ਇੱਕ ਹੀ ਪੈਨਸ਼ਨ ਹੋਣੀ ਚਾਹੀਦੀ ਹੈ ਜੀ। ਦੁਨੀਆ ਭਰ ਦੇ ਵਿੱਚ ਇਹ ਕਿਸੇ ਤੁਹਾਨੂੰ ਆਇਨਸਟਾਈਨ ਦੀ ਲੋੜ ਨਹੀਂ ਹੈ। ਦੁਨੀਆ ਦੇ ਵਿੱਚ ਅਸੂਲ ਹੈ ਪੈਨਸ਼ਨ ਤੁਹਾਡੀ ਈਅਰਸ ਆਫ ਐਕਸਪੀਰੀਅੰਸ ਤੇ ਹੁੰਦੀ ਹੈ ਜੀ। ਤੁਸੀਂ 5 ਸਾਲ ਕੰਟਰੀਬਿਊਟ ਕੀਤੀ ਹੈ, 10 ਸਾਲ ਕੰਟਰੀਬਿਊਟ ਕੀਤੀ ਹੈ, 15 ਸਾਲ, ਸਾਰਿਆਂ ਨੂੰ ਉਹਦੇ ਹਿਸਾਬ ਨਾਲ ਉਹਨਾਂ ਦੀ ਸਰਵਿਸ ਦੇ ਹਿਸਾਬ ਨਾਲ ਪੈਨਸ਼ਨ ਮਿਲਦੀ ਹੈ। ਜੇ ਕਿਸੇ ਨੇ 2 ਹੀ ਸਾਲ ਕੀਤੀ ਹੋਵੇ, ਹੋ ਸਕਦਾ ਜਿੱਦਾਂ ਫੈਡਰਲ ਸਰਕਾਰ ਦੇ ਵਿੱਚ ਸਾਨੂੰ 2 ਸਾਲ ਤੁਸੀਂ ਸਰਵਿਸ ਕਰਦੇ ਹੋ ਜਾਂ ਫੈਕਲਟੀ ਮੈਂਬਰਸ ਹਾਂ ਅਸੀਂ 2 ਸਾਲ ਸਰਵਿਸ ਕਰ ਰਹੀ ਹੈ, 2 ਸਾਲਾਂ ਬਾਅਦ ਪੈਨਸ਼ਨ ਲੈ ਸਕਦੇ ਹਾਂ। ਪਰ ਉਹ ਮਿਲਣੀ ਓਨੀ ਆ ਜਿਹੜੇ 2 ਸਾਲਾਂ ਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਕੀਤੀ ਹੈ ਉਹਦੇ ਹਿਸਾਬ ਦੇ ਨਾਲ ਜੀ। ਜੇ ਅਸੀਂ 20 ਸਾਲ ਕਰਾਂਗੇ 20 ਸਾਲਾਂ ਦੇ ਹਿਸਾਬ ਨਾਲ ਮਿਲਦੀ। ਤੇ ਇਹ ਬਿਲਕੁਲ ਬੇਵਕੂਫਾਂ ਵਾਲਾ ਕੰਮ ਹੈ ਵੀ ਇੱਕ ਪੈਨਸ਼ਨ ਹੋਵੇ ਤਾਂ ਇੱਕ MLA ਹੋਵੇ। ਇੱਕ MLA ਦਾ ਰਿਹਾ ਹੋਵੇ 30 ਸਾਲ ਤੇ ਇੱਕ MLA ਰਿਹਾ ਹੋਵੇ 3 ਸਾਲ। ਤੁਸੀਂ ਕਿੱਦਾਂ ਕਹਿ ਸਕਦੇ ਕਿ ਉਹਨਾਂ ਦੋਹਾਂ ਦੀ ਸਰਵਿਸ ਬਰਾਬਰ ਹੈ? ਇੱਕ ਨੇ ਕੰਟਰੀਬਿਊਸ਼ਨ ਵੀ ਜ਼ਿਆਦਾ ਕੀਤੀ ਹੈ, ਹਾਂਜੀ, ਜ਼ਿਆਦਾ ਚਿਰ ਉਹ MLA ਵੀ ਰਿਹਾ। ਦੁਨੀਆ ਦੇ ਵਿੱਚ ਕੋਈ ਵੀ ਬੰਦਾ ਅਕਲ ਵਾਲਾ ਇਹ ਗੱਲ ਨਹੀਂ ਕਹਿ ਸਕਦਾ ਕਿ 3 ਸਾਲਾਂ ਦਾ 30 ਸਾਲਾਂ ਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ ਜੀ। ਹੁਣ ਇਹ ਗੱਲ ਬਹੁਤ ਪਾਪੂਲਰ ਹੈ। ਅਸੀਂ ਕਹਿੰਦੇ ਹਾਂ ਕਿ ਦੇਖੋ ਜੀ ਇਹ ਤਨਖਾਹ ਵਧਾ ਗਏ, ਆਹ ਕਰ ਗਏ। ਜੇ ਤੁਸੀਂ MLAs ਬਣਦੇ ਆ, MPs ਬਣਦੇ ਆ, ਤੁਹਾਡੀ ਪ੍ਰੋਪਰ ਤਨਖਾਹ ਹੋਣੀ ਚਾਹੀਦੀ ਹੈ। ਸਿੰਗਾਪੁਰ ਨੇ ਇੱਕ ਤਰੀਕਾ ਲੱਭਿਆ ਸੀ ਕਿ ਜੇ ਅਸੀਂ ਰਿਸ਼ਵਤ ਖਤਮ ਕਰਨੀ ਆ ਤਾਂ ਆਪਣੇ ਜਿਹੜੇ
ਸੰਸਦ ਦੇ ਮੈਂਬਰ ਆ, ਵਿਧਾਨ ਸਭਾ ਦੇ ਮੈਂਬਰ ਆ, ਉਹਨਾਂ ਦੀ ਤਨਖਾਹ ਜ਼ਿਆਦਾ ਕਰੀਏ, ਉਹਨਾਂ ਦੀ ਪੈਨਸ਼ਨ ਜ਼ਿਆਦਾ ਕਰੀਏ। ਇਸ ਕਰਕੇ ਉਹਨਾਂ ਨੂੰ ਲਾਲਚ ਨਾ ਹੋਵੇ, ਕੋਈ ਜੀ ਹੋਰ ਲਾਲਚ ਨਾ ਹੋਵੇ। ਇਹ ਤਰੀਕਾ ਵੀ ਇੱਕ ਤਰੀਕਾ। ਜੇ ਤੁਸੀਂ ਸੰਸਦ ਦੇ ਵਿੱਚ ਬੰਦੇ ਭੇਜਦੇ ਆ, ਵਿਧਾਨ ਸਭਾ ਦੇ ਵਿੱਚ ਬੰਦੇ ਭੇਜਦੇ ਆ, ਇੱਕ ਬੰਦੇ ਤੇ ਮੁਕੱਦਮਾ ਚੱਲਣ ਲੱਗਾ ਨਾ ML ਤੇ, ਹਾਂਜੀ, ਉਹ ਕਹਿੰਦਾ ਸੀ ਕਿ ਮੈਂ ਤਨਖਾਹ ਨਹੀਂ ਦਊਂਗਾ। ਜਿਹੜੇ ਬੰਦੇ ਨੇ ਆਲੇ ਦੁਆਲੇ ਪੈਸੇ ਹੇਰਾ ਫੇਰੀ ਨਾਲ ਇਕੱਠੇ ਕੀਤੇ ਆ, ਉਹ ਬੰਦਾ ਤਨਖਾਹ ਨਾ ਲਊਗਾ, ਕੋਈ ਗੱਲ ਨਹੀਂ ਜੀ। ਪਰ ਜਿਹੜਾ ਬੰਦਾ ਇੱਕ ਪੜ੍ਹਿਆ ਲਿਖਿਆ, ਉਹਨੇ ਕੋਲੋਂ ਪੈਸੇ ਲਾਏ, ਉਹਦੇ ਕੋਲ ਹੋਰ ਕੋਈ ਸੋਰਸ ਹੈ ਨਹੀਂ ਇਨਕਮ ਦਾ, ਉਹ ਤਾਂ ਵਿਧਾਨ ਸਭਾ ਦੇ ਵਿੱਚ ਤਨਖਾਹ ਹੀ ਲਊਗਾ ਨਾ। ਹਾਂਜੀ, ਬਿਲਕੁਲ। ਇਹ ਸਾਊਂਡ ਮਤਲਬ ਸੁਣਨ ਨੂੰ ਬਹੁਤ ਵਧੀਆ ਗੱਲ ਲੱਗਦੀ ਹੈ ਕਿ ਇੱਕ MLA, ਇੱਕ ਪੈਨਸ਼ਨ, ਇੱਕ ਜਿੱਦਾਂ ਚਾਹੇ ਉਹਨੇ 3 ਸਾਲ ਆਏ ਹੋਣ, ਚਾਹੇ 30 ਸਾਲ ਹੋਣ, ਸੁਣਨ ਵਾਲਿਆਂ ਨੂੰ ਸੱਥ ਦੇ ਵਿੱਚ ਪਿੰਡ 'ਚ ਬੈਠ ਕੇ ਗੱਲ ਕਰਨੀ ਬਹੁਤ ਚੰਗੀ ਲੱਗਦੀ ਹੈ ਜੀ, ਪਰ ਇਹ ਠੀਕ ਗੱਲ ਨਹੀਂ ਹੈ ਜੀ। ਵੈਸੇ ਪੰਜਾਬ ਸਰਕਾਰ ਨੇ ਇਹਨੂੰ ਪ੍ਰਚਾਰਿਆ ਵੀ ਬਹੁਤ ਸੀ। ਇਹਨੂੰ ਪ੍ਰਚਾਰਿਆ ਇਸ ਕਰਕੇ ਵੀ ਲੋਕੀ ਉਦਾਂ ਹੀ ਵੈਸੇ ਖਿਲਾਫ ਹੋਏ ਆ ਨਾ, ਵੀ ਇਹਨਾਂ ਨੇ ਜੀ ਤਨਖਾਹ ਵਧਾ ਲਈ, ਇਹਨਾਂ ਨੇ ਜੀ ਪੈਨਸ਼ਨ ਵਧਾ ਲਈ। ਇਹ ਇਸ਼ੂ ਨਹੀਂ ਆ। ਜੇ ਉਹਨਾਂ ਦੀ ਤਨਖਾਹ ਦੇਖਦੇ ਆ, ਉਹਨਾਂ ਦੀ ਪੈਨਸ਼ਨ ਦੇਖਦੇ ਆ, ਇਹ ਕੁਛ ਵੀ ਨਹੀਂ ਆ ਜੀ। ਇੱਕ ਕੇਸ ਦੇ ਵਿੱਚੋਂ ਤਾਂ 1 ਕਰੋੜ ਖਾ ਜਾਂਦੇ ਆ। ਹਾਂਜੀ, ਆ ਮੰਤਰੀ ਕੱਢਿਆ ਆ 2 ਮਹੀਨਿਆਂ ਬਾਅਦ ਹੀ ਕੱਢਿਆ ਉਹਨੂੰ। ਹਾਂਜੀ, ਤੇ ਉਹ ਮੇਰਾ ਦੇਖ ਲਓ 1% ਨਾਲ ਕਿੰਨੇ ਪੈਸੇ ਖਾ ਰਿਹਾ ਸੀ ਜੀ, ਹਰ ਇੱਕ ਟੈਂਡਰ ਚੋਂ। ਤੇ ਜੇ ਉਹਦੀ ਤਨਖਾਹ ਹੀ ਵਧਾ ਦਿਓ, ਕੋਈ ਫਰਕ ਨਹੀਂ ਪੈਂਦਾ, ਦੁੱਗਣੀ ਵੀ ਕਰ ਦਿਓ, ਕੋਈ ਫਰਕ ਨਹੀਂ ਪੈਂਦਾ। ਹਾਂਜੀ, ਟੈਕਸ ਪੇਅਰ ਨੂੰ ਕੋਈ ਫਰਕ ਨਹੀਂ ਪੈਂਦਾ ਜੀ, ਬਿਲਕੁਲ। ਜੇ ਇਹਨਾਂ ਨੂੰ ਚੰਗੀਆਂ ਤਨਖਾਹਾਂ ਦਿੱਤੀਆਂ ਜਾਣ, ਚੰਗੀਆਂ ਪੈਨਸ਼ਨ ਦਿੱਤੀਆਂ ਜਾਣ, ਮਨ ਦੇ ਵਿੱਚ ਉਹਨਾਂ ਦੇ ਹੋਵੇ ਕਿ ਅਸੀਂ ਆਪਣਾ ਗੁਜ਼ਾਰਾ ਕਰ ਸਕਦੇ ਹਾਂ, ਇਸ ਤੋਂ ਬਾਅਦ ਰਿਟਾਇਰਮੈਂਟ ਦਾ ਵੀ ਸਾਡਾ ਗੁਜ਼ਾਰਾ ਹੈਗਾ ਜੀ। ਪਰ ਇਹ ਪਪੂਲਰ ਜ਼ਰੂਰ ਹੈ, ਲੋਕਾਂ ਦੇ ਮਨ ਨੂੰ ਲੱਗਦੀ ਹੈ ਗੱਲ ਕਿ ਠੀਕ ਹੈ ਜੀ, ਅਸੀਂ MLA ਦੀ ਤਨਖਾਹ ਨਹੀਂ ਵਧਾਉਣ ਦੇਣੀ, ਅਸੀਂ ਇਹਨਾਂ ਦੀ ਪੈਨਸ਼ਨ ਨਹੀਂ ਦੇਣੀ। ਕਰਪਸ਼ਨ ਸ਼ੁਰੂ ਇੱਥੋਂ ਹੀ ਹੁੰਦੀ ਹੈ ਭਗਵੰਤ ਮਾਨ ਜੀ। ਜਿਹੜੇ ਤੁਸੀਂ ਉਹਨਾਂ ਦੀ ਪੈਨਸ਼ਨ ਬੰਦ ਕਰਦੇ ਆ, ਉਹਨਾਂ ਦੀ ਤਨਖਾਹ ਘੱਟ ਕਰਦੇ ਜੀ, ਬਿਲਕੁਲ। ਫਿਰ ਉਹਨਾਂ ਨੇ ਆਪਣੀ ਕਮਾਈ ਦੇ ਜਿਹੜੇ ਹੋਰ ਸਾਧਨ ਹੈਗੇ ਆ, ਉਹਨਾਂ ਵੱਲ ਧਿਆਨ ਉਹਨਾਂ ਦਾ ਜਾਣਾ, ਤੇ ਫਿਰ ਉਹਨਾਂ ਨੇ ਜਿਹੜੀ ਕਰਪਸ਼ਨ ਹੈਗੀ ਆ, ਰਿਸ਼ਵਤਖੋਰੀ ਹੈਗੀ ਆ, ਫਿਰ ਇਹ ਲੈਣੀ ਸ਼ੁਰੂ ਕਰਨੀ ਹੋਈ ਆ। ਇਹਦਾ ਮਤਲਬ ਇਹ ਹੀ ਹੈ, ਉਹ ਐਨਕਰੇਜ ਕਰ ਰਹੇ ਆ ਵੀ ਤੁਸੀਂ ਰਿਸ਼ਵਤ ਖਾਓ, ਇੰਨੇ ਪੈਸੇ ਬਣਾਓ, ਤੁਹਾਨੂੰ ਪੈਨਸ਼ਨ ਲੈਣ ਦੀ ਲੋੜ ਹੀ ਨਾ ਪਵੇ। ਜੀ, ਬਿਲਕੁਲ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਹੁਣ ਖਬਰਾਂ ਵੱਲ। ਗੱਲ ਕਰਦੇ ਹਾਂ ਕੰਜ਼ਰਵੇਟਿਵ ਪਾਰਟੀ ਦੀ। ਪਾਰਟੀ ਦੇ ਫਾਰਮਰ ਲੀਡਰਸ਼ਿਪ ਕੈਂਡੀਡੇਟ ਰਿਕ ਪੈਟਰਸਨ ਨੇ ਕਿਹਾ ਕਿ ਜੇਕਰ ਕੰਜ਼ਰਵੇਟਿਵ ਪਾਰਟੀ ਜਿਹੜੀ ਹੈਗੀ ਹੈ ਨੈਕਸਟ ਫੈਡਰਲ ਇਲੈਕਸ਼ਨ ਹਾਰ ਜਾਂਦੀ ਆ ਤਾਂ ਫਿਰ ਉਹਦਾ ਪਤਨ ਹੋ ਜਾਣਾ, ਫਿਰ ਉਹ ਖਤਮ ਆ ਬਿਲਕੁਲ। ਉਹਨਾਂ ਦੀ ਇਸ ਸਟੇਟਮੈਂਟ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਉਹਨਾਂ ਦੀ ਗੱਲ ਜਦੋਂ ਇੱਥੇ ਰਿਫਾਰਮ ਪਾਰਟੀ ਬਣੀ ਹੈ ਨਾ, ਖਾਸ ਤੌਰ ਤੇ ਅਲਬਰਟਾ ਦੇ ਵਿੱਚ, ਉਹਨਾਂ ਨੇ ਸਪਲਿਟ ਕਰਕੇ ਰੱਖ ਦਿੱਤੀ ਪੁਰਾਣੀ ਕੰਜ਼ਰਵੇਟਿਵ ਪਾਰਟੀ। ਵੈਸਟਰਨ ਕੈਨੇਡਾ ਦੇ ਵਿੱਚ ਰਿਫਾਰਮ ਵਾਲੇ ਆ ਗਏ ਤੇ ਬਾਕੀ ਦੇ ਥਾਂ ਤੇ ਕੰਜ਼ਰਵੇਟਿਵ ਪਾਰਟੀ ਰਹਿ ਗਈ। ਹੁਣ ਇਹ ਬੰਦੇ ਆ ਜਿਨ੍ਹਾਂ ਦੇ ਕੋਲ ਕੋਈ ਆਪਣੀ ਪਾਲਿਸੀ ਤਾਂ ਨਹੀਂ ਹੈ, ਪਰ ਨਫ਼ਰਤ ਹਰੇਕ ਨੂੰ ਕਰਦੇ ਆ। ਜੇ ਸਿੱਖ ਬੰਦਾ ਕਹਿੰਦਾ ਸੀ ਕਿ ਮੈਂ RCMP ਦੇ ਵਿੱਚ ਜਾਣਾ, ਉਹਦੇ ਖਿਲਾਫ ਇਹਨਾਂ ਨੇ ਮੁਕੱਦਮਾ ਲੜਿਆ, ਮਤਲਬ ਘੱਟ ਗਿਣਤੀਆਂ ਦੇ ਖਿਲਾਫ ਖੜੇ ਹੋਏ। ਇਮੀਗ੍ਰੇਸ਼ਨ ਲਈ ਇੱਕ ਜਿਹੜਾ ਇਹਨਾਂ ਦਾ ਐਕਚੁਅਲੀ ਕੰਜ਼ਰਵੇਟਿਵ ਪਾਰਟੀ ਆ, ਉਹ ਕਹਿੰਦੀ ਆ ਕਿ ਸਾਨੂੰ ਇਮੀਗ੍ਰੈਂਟ ਚਾਹੀਦੇ ਇੱਥੇ, ਕਿਉਂਕਿ ਉਹ ਬਿਜ਼ਨਸ ਦੀ ਗੱਲ ਸੁਣਦੇ ਆ। ਤੇ ਰਿਫਾਰਮ ਪਾਰਟੀ ਵਾਲੇ ਕਹਿੰਦੇ ਨਹੀਂ, ਇਹਨਾਂ ਨੂੰ ਬਾਹਰ ਕੱਢੋ ਇੱਥੋਂ। ਆਪ ਵੀ ਇਮੀਗ੍ਰੈਂਟ ਹੀ ਆਏ ਵੈਸੇ, ਤੇ ਪਾਰਟੀ ਦਾ ਨਾਮ ਵੀ ਰਿਫਾਰਮ ਪਾਰਟੀ ਰੱਖਿਆ। ਪਾਰਟੀ ਦਾ ਨਾਮ ਰੱਖਿਆ ਰਿਫਾਰਮ ਪਾਰਟੀ। ਇਹਨਾਂ ਨੇ ਰਿਫਾਰਮ ਕਿਹੜੀਆਂ ਇੰਟਰੋਡਿਊਸ ਕੀਤੀਆਂ? ਕੁਛ ਨਹੀਂ। ਇੱਥੇ ਚੱਕ ਸਟਰਾਲ ਹੁੰਦਾ ਸੀ ਇੱਥੋਂ ਚਿਲਾਬੈਕ ਤੋਂ, ਉਹ ਬਹੁਤ ਜ਼ੋਰ ਨਾਲ ਕਹਿੰਦਾ ਹੁੰਦਾ ਸੀ, ਦੇਖੋ ਜੀ ਇਹਨਾਂ ਨੇ ਪ੍ਰੋਫੈਸ਼ਨ ਬਣਾ ਲਿਆ, ਇਹਨਾਂ ਲੋਕਾਂ ਨੇ ਆਹ ਕਰ ਲਿਆ। ਖੁਦ ਉਹਨੇ ਸਾਰੀ ਪੈਨਸ਼ਨ ਵੀ ਲਈ, ਕਿੰਨਾ ਚਿਰ ਉਹ MP ਰਿਹਾ। ਹੁਣ ਉਹਨੇ ਆਪਣਾ ਮੁੰਡਾ ਬਣਾਇਆ ਹੇਰਾਫੇਰੀ ਕਰਕੇ, ਨੋਮੀਨੇਸ਼ਨ ਦੇ ਵਿੱਚ ਸੁਧੀ ਹੇਰਾਫੇਰੀ ਕਰਕੇ ਆਪਣਾ ਮੁੰਡਾ ਬਣਾਇਆ। ਜਿਹਦੇ ਖਿਲਾਫ ਬੋਲਦਾ ਹੁੰਦਾ ਸੀ, ਉਹੋ ਕੁਛ ਕੀਤਾ ਉਹਨੇ ਬੰਦੇ ਨੇ। ਕਈ ਬੰਦੇ ਹੁੰਦੇ ਆ, ਜਦੋਂ ਤਾਂ ਕੋਈ ਹੋਰ ਬੰਦਾ ਉਹ ਚੀਜ਼ ਕਰੇ, ਉਦੋਂ ਤਾਂ ਵੱਡੇ ਵੱਡੇ ਉਹਨਾਂ ਨੇ ਲੈਕਚਰ ਦੇਣੇ ਵੀ ਇਹ ਚੀਜ਼ ਗਲਤ ਹੈ, ਇਹਦੀ ਆਹ ਨੋਮੀਨੇਸ਼ਨ ਨਹੀਂ ਸਹੀ ਤਰੀਕੇ ਦੇ ਨਾਲ ਹੋਈ ਹੈਗੀ। ਪਰ ਫਿਰ ਜਦੋਂ ਉਹਨਾਂ ਦੀ ਗੱਲ ਹੁੰਦੀ ਆ, ਫਿਰ ਉਹ ਸਾਰਾ ਕੁਝ ਭੁੱਲ ਜਾਂਦੇ ਆ। ਬਿਲਕੁਲ ਬਿਲਕੁਲ, ਜਿਹੜੀ ਉਹਨਾਂ ਦੀ ਆਪਣੀ ਗੱਲ ਹੈ। ਸੋ ਤੁਸੀਂ ਪਾਰਟੀ ਕਦੇ ਨਹੀਂ ਬਣਾ ਸਕਦੇ ਕਿ ਜਿਹੜੀ ਔਰਤਾਂ ਦੇ ਹੱਕਾਂ ਦੇ ਖਿਲਾਫ ਹੋਵੇ, ਕਿਊਬੈਕ ਦੇ ਹੱਕਾਂ ਦੇ ਖਿਲਾਫ ਹੋਵੇ,
ਘੱਟ ਗਿਣਤੀਆਂ ਦੇ ਹੱਕਾਂ ਦੇ ਖਿਲਾਫ ਹੋਵੇ, ਇਮੀਗ੍ਰੈਂਟਸ ਦੇ ਖਿਲਾਫ, ਮਤਲਬ ਹਰ ਚੀਜ਼ ਦੇ ਖਿਲਾਫ ਹੈ। ਹਾਂਜੀ। ਨੇਟਿਵ ਲੋਕਾਂ ਨਾਲ ਕਿੰਨਾ ਧੱਕਾ ਹੋਇਆ ਉਹਨਾਂ ਦੇ ਖਿਲਾਫ ਹੈ। ਤੇ ਉਸ ਪਾਰਟੀ ਦੇ ਵਿੱਚ ਬਿਲਕੁਲ ਥੋੜੇ ਜਿਹੇ ਬੰਦੇ ਆ ਜਿਹੜੇ ਸਪੋਰਟ ਕਰਨ ਲਈ ਰਹਿ ਜਾਣੇ। ਸੋ ਇਹ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਜੇ ਅਸੀਂ ਤੀਸਰੀ ਵਾਰ ਇਹ ਹਾਰ ਗਏ ਤਾਂ ਫਿਰ ਸਾਡਾ ਪਤਨ ਹੀ ਹੋਣਾ ਹੈ। ਹਾਂਜੀ। ਕਿਉਂਕਿ ਪਿਛਲੀਆਂ 2 ਇਲੈਕਸ਼ਨ ਦੇ ਵਿੱਚ 2 ਲੀਡਰ ਹਾਰ ਚੁੱਕੇ ਆ। ਹਾਂਜੀ। ਉਹ ਇਸੇ ਕਰਕੇ ਹਰਿਆ ਵੀ ਉਹ ਨਫ਼ਰਤ ਕਰਨ ਵਾਲਿਆਂ ਚੋਂ ਸੀ, ਉਹਨਾਂ ਚੋਂ ਜਿਹੜੇ ਹਰ ਇੱਕ ਬੰਦੇ ਨੂੰ ਕਹਿੰਦੇ ਮੈਂ ਇਹਨਾਂ ਨੂੰ ਨਫ਼ਰਤ ਕਰਦਾ, ਮੈਂ ਇਹਨਾਂ ਨੂੰ ਨਫ਼ਰਤ ਕਰਦਾ। ਤੁਸੀਂ ਇਹ ਦੱਸੋ ਕਿ ਅਸੀਂ ਕੈਨੇਡਾ ਨੂੰ ਅੱਗੇ ਕਿੱਦਾਂ ਲੈ ਕੇ ਜਾਣਾ? ਕਮ ਸੇ ਕਮ ਚਲੋ ਉਹਨਾਂ ਨੇ ਲੈ ਕੇ ਜਾਣਾ ਜਾਂ ਨਹੀਂ ਲੈ ਕੇ ਜਾਣਾ, ਗੱਲ ਤਾਂ ਚੰਗੀ ਕਰੋ ਨਾ। ਹਾਂਜੀ। ਜਿੱਦਾਂ ਹੁਣ ਜਿਹੜੀ ਲਿਬਰਲ ਪਾਰਟੀ ਹੈ ਇਹ ਕਿਹੜਾ ਕੁਛ ਕਰਦੇ ਆ, ਪਰ ਇਹਨਾਂ ਨੇ ਜਿਹੜੀਆਂ PR ਸਿਸਟਮ ਇਹਨਾਂ ਦਾ ਵਧੀਆ ਹੈ ਕਿ ਅਸੀਂ ਔਰਤਾਂ ਦੇ ਹੱਕ 'ਚ ਹਾਂ, ਅਸੀਂ ਇਮੀਗ੍ਰੈਂਟਸ ਦੇ ਹੱਕ 'ਚ ਹਾਂ, ਅਸੀਂ ਨੇਟਿਵ ਲੋਕਾਂ ਦੇ ਹੱਕ 'ਚ ਹਾਂ। ਕਰਨਾ ਕੁਛ ਨਹੀਂ ਆ, ਪਰ ਕਹਿਣ ਦੀ ਗੱਲ ਹੈ ਉਹਦੇ ਨਾਲ ਲੋਕੀ ਨਾਲ ਲੱਗਦੇ। ਹਾਂਜੀ। ਉਹਦੇ ਨਾਲ ਤੁਹਾਡੀਆਂ ਵੋਟਾਂ ਵਧਣੀਆਂ, ਇਸੇ ਕਰਕੇ ਉਹ ਪਾਵਰ ਦੇ ਵਿੱਚ। ਜੀ। ਜਦੋਂ ਤੁਸੀਂ ਨਫ਼ਰਤ ਵਾਲੀ ਪੋਲਿਟਿਕਸ ਚਲਾਉਂਦੇ ਆ ਨਾ, ਉਹ ਕੁਛ ਦੇਰ ਹੀ ਚੱਲਦੀ ਹੈ। ਹਾਂਜੀ। ਤੇ ਉਹਦੀ ਲਿਮਿਟ ਹੈਗੀ ਹੈ ਕਿ ਤੁਹਾਨੂੰ 50% ਪਲੱਸ 1% ਬੰਦਿਆਂ ਨੇ ਸਪੋਰਟ ਨਹੀਂ ਕਰਨੀ। ਜੀ। ਤੇ ਇਹ ਖਤਰਾ ਇਹਨਾਂ ਨੂੰ ਹੁਣ ਇਹ ਆ ਕਿ ਜੇ ਅਗਲੀ ਇਲੈਕਸ਼ਨ ਦੇ ਵਿੱਚ ਵੀ ਇਦਾਂ ਦਾ ਬੰਦਾ ਚੁਣ ਲਿਆ, ਹੁਣ ਜਿਹੜੇ ਪੀਅਰ ਪੋਲੀਵਰ ਆ, ਜਦੋਂ ਆਟਵਾ ਦੇ ਵਿੱਚ ਟਰੱਕਰਸ ਦਾ ਕਨਵਾਈ ਗਿਆ, ਹਾਂਜੀ, ਉਹ ਸ਼ਰੇਆਮ ਰੇਸਿਸਟ ਬੰਦੇ ਸੀ, ਸ਼ਰੇਆਮ। ਹਾਂਜੀ। ਨਾਜ਼ੀਆਂ ਦੇ ਸਿੰਬਲ ਲੈ ਕੇ ਫਿਰਦੇ ਸੀ, ਹਿਟਲਰ ਦੇ ਸਿੰਬਲ ਲੈ ਕੇ ਫਿਰਦੇ। ਪੋਲੀਵਰ ਉਹਨਾਂ ਦੇ ਨਾਲ ਜਾ ਕੇ ਹੱਥ ਮਿਲਾ ਰਿਹਾ ਸੀ। ਹਾਂਜੀ। ਪੋਲੀਵਰ ਮਤਲਬ ਦੱਸ ਰਿਹਾ ਸੀ ਵੀ ਮੈਨੂੰ ਵੋਟਾਂ ਪਾਓ, ਇੱਕ ਛੋਟੇ ਜਿਹੇ ਸੈਗਮੈਂਟ ਨੂੰ ਅਪੀਲ ਕਰ ਰਿਹਾ। ਬਹੁਤ ਕੈਨੇਡੀਅਨਸ ਨੂੰ ਦੇ ਖਿਲਾਫ ਹੋਇਆ ਸੀ, ਪਰ ਉਹਨੂੰ ਹੈਗਾ ਕਿ ਮੈਨੂੰ ਨੋਮੀਨੇਸ਼ਨ ਜਿਤਾ ਦਿਓ। ਹੁਣ ਇਲੈਕਸ਼ਨ ਜਿੱਤੇ ਜਾਂ ਨਾ ਜਿੱਤੇ ਇਹ ਜੁਦੀ ਗੱਲ ਹੈ। ਹਾਂਜੀ। ਪਰ ਇਹ ਗੱਲ ਉਹਨੇ ਕੀਤੀ ਕਿ ਹਰ ਇੱਕ ਬੰਦਾ ਨਫ਼ਰਤ ਕਰਨ ਵਾਲਾ ਉਹਨੇ ਆਪਣੇ ਨਾਲ ਲਾ ਲਿਆ। ਜੀ। ਔਰਤਾਂ ਇੱਥੇ 50% ਆ, ਉਹਨਾਂ ਦੀ ਅਬੋਰਸ਼ਨ ਦਾ ਹੱਕ ਹੋਣਾ ਚਾਹੀਦਾ ਉਹਨਾਂ ਨੂੰ, ਉਹਦੇ ਖਿਲਾਫ ਬੋਲਣਾ। ਫਿਰ ਹੁਣ ਅੱਜ ਕੱਲ੍ਹ ਐਕਸੈਪਟੇਬਲ ਗੱਲ ਹੈ ਸੇਮ ਸੈਕਸ ਮੈਰਿਜ ਜਿਹੜੀ ਆ, ਉਹ ਉਹਦੇ ਖਿਲਾਫ ਹੈ, ਇਮੀਗ੍ਰੈਂਟਸ ਦੇ ਖਿਲਾਫ ਹੈ, ਨੇਟਿਵ ਲੋਕਾਂ ਦੇ ਖਿਲਾਫ ਹੈ। ਵੈਸੇ ਕਿਊਬੈਕ ਦੇ ਵਿੱਚੋਂ, ਕਿਉਂਕਿ ਕਿਊਬੈਕ ਦੇ ਵਿੱਚੋਂ ਹੈ ਨੇ, ਉਹਨਾਂ ਦੇ ਜਿਹੜੀਆਂ ਐਸਪੀਰੇਸ਼ਨਸ ਹੁੰਦੀਆਂ ਉਹਨਾਂ ਦੀਆਂ ਨਾ ਨੈਸ਼ਨਲ ਦੀਆਂ, ਉਹਨਾਂ ਦੇ ਖਿਲਾਫ ਹੈ। ਪਰ ਜਿਹੜੇ ਕੰਮ ਕਿਊਬੈਕ ਦੀ ਸਰਕਾਰ ਕਰ ਰਹੀ ਹੈ ਘੱਟ ਗਿਣਤੀਆਂ ਦੇ ਖਿਲਾਫ, ਉਹਦੇ ਹੱਕ 'ਚ। ਹਾਂਜੀ। ਸੋ ਇਸ ਤਰ੍ਹਾਂ ਦੀ ਪੋਲਿਟਿਕਸ ਦੇ ਨਾਲ ਉਹਨਾਂ ਨੇ ਵਾਕਿਆ ਹੀ ਗੱਲ ਕੀਤੀ ਹੈ ਕਿ ਜੇ ਅਗਲੀ ਵਾਰ ਹੀ ਹਾਰ ਗਏ ਤਾਂ ਫਿਰ ਸਾਡਾ ਖਤਮਾ ਹੈ। ਜੀ। 3 ਇਲੈਕਸ਼ਨ ਲਗਾਤਾਰ ਹਾਰੀਆਂ, ਅਗਲੀ ਵਾਰ ਨੂੰ ਹੋ ਸਕਦਾ ਜਸਟਿਨ ਟਰੂਡੋ ਨਾ ਹੋਵੇ। ਜੀ। ਹੋ ਸਕਦਾ ਕੋਈ ਨਵਾਂ ਲੀਡਰ ਹੋਵੇ। ਜੇ ਉਹ ਫੇਰ ਜਿੱਤ ਜਾਏ ਤਾਂ ਫੇਰ ਤਾਂ ਇਹਨਾਂ ਦਾ ਖਤਮਾ ਹੀ ਹੈ। ਜੀ ਬਿਲਕੁਲ। ਤੇ NDP ਨੇ ਜਗਮੀਤ ਸਿੰਘ ਚੁਣ ਕੇ ਵੈਸੇ ਹੀ ਕਹਿ ਲਿਆ ਵੀ ਅਸੀਂ ਖਤਮ ਹੋ ਗਏ। ਹਾਂਜੀ। ਉਹਨਾਂ ਨੇ ਆਪਣਾ ਆਪ ਹੀ ਮਤਲਬ ਦਸਤਖਤ ਕਰ ਲਏ। ਜਗਮੀਤ ਸਿੰਘ ਜਿਹਦਾ ਨਾਮ ਲਿਖਿਆ ਜਾਊਗਾ ਡਿਕਸ਼ਨਰੀ ਦੇ ਵਿੱਚ, ਜਗਮੀਤ ਸਿੰਘ ਵਿਕਿਆ ਹੋਇਆ ਆਦਮੀ। ਜੀ ਡਾਕਟਰ ਸਾਹਿਬ, ਬਿਲਕੁਲ ਜਿਹੜੀ ਗੱਲ ਇਹ ਪੀਟਰਸਨ ਨੇ ਵੀ ਕਹੀ ਹੈਗੀ ਆ ਕਿ ਜੇ ਹੁਣ ਵੀ ਇਹਨਾਂ ਨੇ ਵਕਤ ਨਾ ਸੰਭਾਲਿਆ ਤਾਂ ਫਿਰ ਇਹਨਾਂ ਦਾ ਖਾਤਮਾ ਜਿਹੜਾ ਹੈਗਾ ਉਹ 100% ਹੀ ਆ। ਤੇ ਰੁੱਖ ਕਰਦੇ ਆ ਹੁਣ ਆਪਾਂ ਅਗਲੀ ਖਬਰ ਵੱਲ, ਜਿਹਦਾ ਸਬੰਧ ਹੈਗਾ ਜੀ ਵਿਦਿਅਕ ਅਦਾਰਿਆਂ ਵਿੱਚ ਹੁੰਦੇ ਨਸਲਵਾਦ ਦੇ ਬਾਰੇ। ਸਕੂਲ ਤੇ ਸਕੂਲ ਬੋਰਡਸ ਵੱਲੋਂ ਗੱਲਾਂ ਕੀਤੀਆਂ ਜਾਂਦੀਆਂ ਨੇ, ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਪਰ ਉੱਥੇ ਜਿਹੜਾ ਨਸਲਵਾਦ ਹੈਗਾ, ਜਿਹੜਾ ਰੇਸਿਜ਼ਮ ਹੈਗਾ, ਉਹ ਸਟਿਲ ਉੱਥੇ ਹੈਗਾ। ਇਹ ਜਿਹੜੀ ਰਿਪੋਰਟ ਹੈ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਹੁਣ ਕੁਛ ਇੱਕ ਸੂਬਿਆਂ ਨੇ ਤਾਂ ਸਕੂਲ ਬੋਰਡ ਖਤਮ ਹੀ ਕਰਤੇ। ਹਾਂਜੀ। ਇਹ ਖਤਮ ਹੋਣੇ ਵੀ ਚਾਹੀਦੇ ਆ ਵੈਸੇ। ਇਹ ਲੋਕਲ ਲੀਡਰ ਜਿਹੜੇ ਤੁਸੀਂ ਦੇਖ ਲਓ ਇੱਥੇ BC ਦੇ ਵਿੱਚ, ਆ ਸਾਡੇ ਸਰੀ ਦੇ ਵਿੱਚ ਸਕੂਲ ਬੋਰਡ ਦੇਖ ਲਓ, ਇੱਕ ਗੱਲ ਤੇ ਸਟੈਂਡ ਨਹੀਂ ਲੈ ਸਕੇ ਕਿ ਜੇ ਤੁਸੀਂ ਬਾਕੀਆਂ ਨੂੰ ਕਹਿੰਦੇ ਕਿ ਵੈਕਸੀਨ ਲੈ ਕੇ ਤੁਸੀਂ ਕੈਨੇਡਾ ਤੋਂ ਬਾਹਰ ਜਾਂਦੇ ਆ, ਜੇ ਵੈਕਸੀਨੇਟਡ ਨਹੀਂ ਤਾਂ ਅੰਦਰ ਨਹੀਂ ਆ ਸਕਦੇ। ਹਾਂਜੀ। ਇਹਨਾਂ ਦੇ ਕੋਲ ਇੰਨੀ ਹਿੰਮਤ ਨਹੀਂ ਪਈ ਬੱਚਿਆਂ ਨੂੰ ਸਿਕਿਉਰ ਕਰਨ ਲਈ। ਸਟਾਫ, ਟੀਚਰਸ ਜਿਹੜੇ ਵੀ ਉੱਥੇ ਹੋਣੇ ਚਾਹੀਦੇ ਸੀ ਉਹਨਾਂ ਨੂੰ ਵੈਕਸੀਨੇਟਡ ਹੋਣਾ ਚਾਹੀਦਾ ਸੀ, ਪਰ ਇਹਨਾਂ ਨੇ ਲਾਅ ਨਹੀਂ ਪਾਸ ਕੀਤਾ, ਡੈਲਟਾ ਵਾਲਿਆਂ ਨੇ ਕਰ ਦਿੱਤਾ। ਹਾਂਜੀ। ਤੇ ਇੱਥੇ ਹੁਣੇ ਹੀ ਪਿਛਲੇ ਸਾਲ ਇੱਕ ਰਿਪੋਰਟ ਆਈ ਸੀ ਕਿ ਜਿਹੜਾ ਸਿਸਟੈਮਿਕ ਰੇਸਿਜ਼ਮ ਹੈ, ਸਾਡੀ ਕਮਿਊਨਿਟੀ ਦਾ ਇੱਕ ਇਲੈਕਟਡ ਬੰਦਾ ਆ, ਉਹਨੂੰ ਇੱਥੇ ਲਿਆ ਕੇ ਪੁੱਛ ਲਓ ਵੀ ਸਿਸਟੈਮਿਕ ਰੇਸਿਜ਼ਮ ਹੁੰਦਾ ਕੀ ਆ,
ਕਦੇ ਜਵਾਬ ਨਹੀਂ ਦੇ ਸਕਦਾ। ਉਹਨੇ ਪੈਰ ਪਾ ਕੇ ਨਹੀਂ ਦੇਖਿਆ ਕੈਨੇਡਾ ਦੇ ਸਕੂਲਾਂ ਦੇ ਵਿੱਚੋਂ। ਕਪੂਰਥਲੇ ਪੜ੍ਹ ਕੇ ਆਇਆ, ਉੱਥੇ ਵਾਲੇ ਸਕੂਲਾਂ ਦਾ ਪਤਾ ਹੋਊਗਾ ਸ਼ਾਇਦ। ਇੱਥੇ ਵਾਲੇ BC ਦੇ ਵਿੱਚ, ਸਰੀ ਦੇ ਵਿੱਚ ਕੀ ਹੋ ਰਿਹਾ ਉਹ ਤਾਂ ਉਹਨੂੰ ਪਤਾ ਹੋਊਗਾ ਜਿਹਨੇ ਇੱਥੋਂ ਪੜ੍ਹਾਈ ਕੀਤੀ ਹੈ। ਹਾਂਜੀ, ਜਿਹੜਾ ਇੱਥੇ ਸਕੂਲਾਂ 'ਚ ਗਿਆ। ਪਿਛਲੇ ਸਾਲ ਇੱਕ ਰਿਪੋਰਟ ਆਈ ਹੈ ਇੱਥੇ ਦੀ, ਸਰੀ ਦੀ ਰਿਪੋਰਟ ਆਈ ਹੈ, ਉਹ ਤੇ ਇਹਨਾਂ ਨੇ ਗੱਲ ਕੀਤੀ ਕਿ ਸਿਸਟੈਮਿਕ ਰੇਸਿਜ਼ਮ ਵੈਸੇ ਉੱਦਾਂ ਦਾ ਉੱਦਾਂ ਹੀ ਆ। ਟੀਚਰਸ ਨੇ ਵੀ ਕਿਹਾ, ਸਟੂਡੈਂਟਸ ਨੇ ਵੀ ਕਿਹਾ, ਪੇਰੈਂਟਸ ਨੇ ਵੀ ਕਿਹਾ। ਹਾਂਜੀ, ਤੇ ਉਦੋਂ ਬਾਅਦ ਜਦੋਂ ਇਹਨਾਂ ਨੂੰ ਪੁੱਛਦੇ ਆ ਨਾ ਟੀਚਰਸ ਫੈਡਰੇਸ਼ਨ ਨੂੰ ਕਿ ਤੁਸੀਂ ਕੀਤਾ ਕੀ, ਉਹ ਕਹਿੰਦੇ ਕਿ ਅਸੀਂ ਹਾਲੇ ਰਿਵਿਊ ਕਰ ਰਹੇ ਹਾਂ। ਤੁਸੀਂ ਹੁਣ ਵੀ ਪੁੱਛ ਕੇ ਦੇਖ ਲਿਓ, ਤੇ ਅਸੀਂ ਰਿਵਿਊ ਕਰ ਰਹੇ ਹਾਂ। ਰਿਵਿਊ ਕਿੰਨਾ ਕੁ ਚਿਰ ਕਰਨਾ ਤੁਸੀਂ? ਵੈਸੇ ਡਾਕਟਰ ਸਾਹਿਬ, ਜਿਵੇਂ ਆਪਾਂ ਪਿਛਲੇ ਸ਼ੋਜ਼ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਡੈਡਲਾਈਨ ਇਹਨਾਂ ਲਈ ਕੋਈ ਨਹੀਂ ਹੁੰਦੀ। ਜਦੋਂ ਇਹਨਾਂ ਨੇ ਕੋਈ ਜਵਾਬ ਨਹੀਂ ਦੇਣਾ ਹੁੰਦਾ ਫਿਰ ਉਦੋਂ ਕਹਿੰਦੇ ਹੁੰਦੇ ਨੇ ਕਿ ਅਸੀਂ ਰਿਵਿਊ ਕਰ ਰਹੇ ਹਾਂ। ਇਸ਼ੂ ਤਾਂ ਹੈਗੀ ਹੈ ਵੀ ਸਰਦਾਰੀ ਸਾਡੀ ਖਤਮ ਹੋ ਜਾਣੀ। ਹਾਂਜੀ, ਜਿਹੜੇ ਬੰਦੇ ਬੈਠੇ ਆ ਉੱਥੇ, ਉਹਨਾਂ ਨੇ ਇੱਕ ਬੰਦਾ ਸਾਡੀ ਕਮਿਊਨਿਟੀ 'ਚੋਂ ਲੈ ਲੈਣਾ, ਕੋਈ ਗੱਲ ਨਹੀਂ। ਉਸ ਬੰਦੇ ਨੇ ਕਦੇ ਸਵਾਲ ਨਹੀਂ ਕਰਨਾ, ਕਦੇ ਬੋਲਣਾ ਨਹੀਂ, ਚੁੱਪ ਕਰਕੇ ਬੈਠਾ ਰਹਿਣਾ। ਇੱਦਾਂ ਦੇ ਬੈਠਣ ਵਾਲਿਆਂ ਨੂੰ ਇਨਕਰੇਜ ਕਰਦੇ ਆ ਜਿਹੜੇ ਚੁੱਪ ਕਰਕੇ ਬੈਠੇ ਦੇ ਆ, ਚਾਹੇ ਉਹ MLA ਹੋਣ, ਚਾਹੇ ਉਹ ਟਰਸਟੀ ਹੋਣ, ਚਾਹੇ ਕੌਂਸਲਰ ਹੋਣ, ਚਾਹੇ MPs ਹੋਣ। ਹੱਥ ਖੜਾ ਕਰਨ ਲਈ ਚਾਹੀਦੇ ਉਹਨਾਂ ਨੂੰ, ਹੱਥ ਖੜਾ ਕਰਨ ਵਾਲੇ ਹੈਗੇ ਆ। ਤੇ ਇਹ ਤੇ ਵੈਸੇ ਡੈਡਲਾਈਨ ਲਾਉਣੀ ਚਾਹੀਦੀ ਹੈ ਕਿ ਤੁਸੀਂ ਡੈਡਲਾਈਨ ਲਾਓ ਕਿ ਸਰੀ ਦੇ ਸਕੂਲਾਂ ਦੇ ਵਿੱਚੋਂ ਰੇਸਿਜ਼ਮ ਕਦੋਂ ਖਤਮ ਹੋਣਾ। ਹਾਂਜੀ, ਕਿੱਦਾਂ ਖਤਮ ਹੋਣਾ ਜੀ, ਉਹਦੇ ਬਾਰੇ ਗੱਲ ਨਹੀਂ ਕੀਤੀ। ਕੋਈ ਪਲਾਨ ਤਾਂ ਹੋਣਾ ਚਾਹੀਦਾ। ਇਹਨਾਂ ਦੱਸ ਦਿੱਤਾ ਸਾਰੇ ਬੰਦੇ ਦਾ। ਜੇ ਕੋਈ ਬੰਦਾ ਬਿਮਾਰ ਹੁੰਦਾ ਉਹਦਾ ਤਾਂ ਪਤਾ ਲੱਗ ਜਾਂਦਾ ਵੈਸੇ ਹੀ। ਹਾਂਜੀ, ਪਰ ਬਿਮਾਰ ਕਿਉਂ ਹੋਇਆ ਉਹ ਬੰਦਾ, ਤਾਂ ਉਹਦਾ ਇਲਾਜ ਕੀ ਹੈ ਜੀ। ਇਹ ਇਸ਼ੂ ਤਾਂ ਇਹ ਹੈ। ਹੁਣ ਇਹਨਾਂ ਦੀ ਰਿਪੋਰਟ ਨੇ ਪਿਛਲੇ ਸਾਲ ਇਹੀ ਕਿਹਾ ਕਿ ਸਰੀ ਦੇ ਸਕੂਲਾਂ ਦੇ ਵਿੱਚ ਰੇਸਿਜ਼ਮ ਹੋ ਰਿਹਾ, ਸਿਸਟੈਮਿਕ ਰੇਸਿਜ਼ਮ ਹੋ ਰਿਹਾ। ਹਾਂਜੀ, ਉਹ ਕਿਉਂ ਹੋ ਰਿਹਾ, ਉਹਨੂੰ ਕਿੱਦਾਂ ਦੂਰ ਕੀਤਾ ਜਾਣਾ ਚਾਹੀਦਾ, ਉਹਦੇ ਬਾਰੇ ਅਸੀਂ ਰਿਵਿਊ ਕਰ ਰਹੇ ਹਾਂ। ਰਿਵਿਊ ਕਦੋਂ ਖਤਮ ਹੋਣਾ ਹੈ? ਜਦੋਂ ਅਸੀਂ ਖਤਮ ਹੋ ਗਏ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਤਾਂ ਠੰਡੇ ਬਸਤੇ ਵਿੱਚ ਇਹਨਾਂ ਨੇ ਪਾਇਆ ਹੋਇਆ। ਵੈਸੇ ਜਿਹੜਾ ਮਸਲਾ ਜੋ ਕਿ ਇੰਨਾ ਜ਼ਿਆਦਾ ਸੀਰੀਅਸ ਆ, ਜਿਹਦੇ ਤੇ ਆਵਾਜ਼ ਉੱਠਣੀ ਚਾਹੀਦੀ ਆ, ਕਿੰਨੇ ਸਾਰੇ ਸਵਾਲ ਉੱਠਦੇ ਆ। ਜਿਵੇਂ ਪੈਰੈਂਟਸ ਵੱਲੋਂ ਵੀ ਗੱਲਬਾਤ ਕੀਤੀ ਜਾ ਰਹੀ ਹੈ, ਸਟੂਡੈਂਟਸ ਵੀ ਦੱਸਦੇ ਹੈਗੇ ਕਿ ਉੱਥੇ ਸ਼ਰੇਆਮ ਜਿਹੜਾ ਰੇਸਿਜ਼ਮ ਹੈਗਾ, ਸਿਸਟੈਮਿਕ ਰੇਸਿਜ਼ਮ ਹੈਗਾ, ਇਟਸ ਸਟਿਲ ਦੇਅਰ। ਬਟ ਇਹ ਜੇ ਹਜੇ ਇਹ ਹੁਣੇ ਵੀ ਇਹੀ ਕਹੀ ਜਾਂਦੇ ਆ ਕਿ ਅਸੀਂ ਰਿਵਿਊ ਕਰ ਰਹੇ, ਤਾਂ ਫਿਰ ਉਹੀ ਹੈ ਨਾ ਕਿ ਜੇ ਡੈਡਲਾਈਨ ਨਹੀਂ ਹੋਊਗੀ ਤਾਂ ਫਿਰ ਰਿਵਿਊ ਦਾ ਤਾਂ ਸਾਨੂੰ ਪਤਾ ਨਹੀਂ ਵੀ ਕਦੋਂ ਰਿਜ਼ਲਟ ਆਉਣਾ। ਨਹੀਂ, ਸੂਬੇ ਦੀ ਸਰਕਾਰ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਨਾ। ਹਾਂਜੀ, ਜੇ ਇੱਥੇ ਆਇਆ ਇੱਕ ਵੀ MLA ਨੇ ਸਾਡੇ ਨੇ ਉਹ ਤੇ ਕਮੈਂਟ ਨਹੀਂ ਕੀਤਾ। ਹਾਂਜੀ, ਉਹ ਰਿਪੋਰਟ ਆਈ ਹੈ, ਇੱਕ ਵੀ ਬੰਦੇ ਨੇ ਮੂੰਹ ਨਹੀਂ ਖੋਲਿਆ ਜੀ। ਸਰੀ ਦੇ ਵਿੱਚੋਂ ਬਹੁਤ MLA ਗਏ। ਹਾਂਜੀ, ਜਿਨ੍ਹਾਂ ਦੇ ਵਿੱਚੋਂ ਇੱਕ ਬੰਦੇ ਜੇ ਹੁਣ ਆਉਣਗੇ ਵਾਪਸ ਤੁਹਾਡੇ ਤੋਂ ਵੋਟਾਂ ਮੰਗਣ, ਪਰ ਉਹਨਾਂ ਨੂੰ ਸਵਾਲ ਪੁੱਛਣ ਦੀ ਲੋੜ ਹੈ ਵੀ ਸਰੀ ਦੇ ਵਿੱਚ ਰਿਪੋਰਟ ਆਈ ਸੀ ਤਾਂ ਤੁਸੀਂ ਮੂੰਹ ਖੋਲਿਆ ਸੀ ਆਪਣਾ? ਜੀ ਬਿਲਕੁਲ, ਬਿਲਕੁਲ ਨਹੀਂ। ਤੇ ਉਹ ਕਈਆਂ ਸੂਬਿਆਂ ਦੇ ਵਿੱਚ ਉਹਨਾਂ ਨੇ ਸਕੂਲ ਬੋਰਡ ਖਤਮ ਕੀਤੇ ਆ ਕੈਨੇਡਾ ਦੇ ਵਿੱਚ। ਇਸ ਕਰਕੇ ਖਤਮ ਕੀਤੇ ਕਿ ਇਹਨਾਂ ਦਾ ਇਲਾਜ ਇਹੀ ਆ ਜੀ ਕਿ ਇਹਨਾਂ ਨੇ ਕੁਝ ਨਹੀਂ ਕਰਨਾ, ਸਾਨੂੰ ਕੈਪੀਟਲ ਦੇ ਵਿੱਚੋਂ, ਸਾਨੂੰ ਲੈਜਿਸਲੇਟਿਵ ਦੇ ਵਿੱਚੋਂ ਖਤਮ ਕਰਨਾ ਪੈਣਾ। ਜੀ ਡਾਕਟਰ ਸਾਹਿਬ, ਬਿਲਕੁਲ। ਸਰੀ ਵਾਲੇ ਤਾਂ ਵੈਸੇ ਹੀ ਖਤਮ ਕਰਨੇ ਚਾਹੀਦੇ ਆ, ਕਿਉਂਕਿ ਇਹਨਾਂ ਨੇ, ਜੇ ਤੁਹਾਡੇ 'ਚ ਇੰਨੀ ਹਿੰਮਤ ਨਹੀਂ ਸੀ ਬੱਚਿਆਂ ਨੂੰ ਪੈਂਡੈਮਿਕ ਤੋਂ ਬਚਾਇਆ ਜਾਵੇ, ਉਹਨਾਂ ਲਈ ਕੁਛ ਨਾ ਕੁਛ ਕੀਤਾ ਜਾਵੇ, ਤੇ ਫਿਰ ਤੁਸੀਂ ਕੀ ਕਰਨ ਜੋਗੇ? ਬੈਠੇ ਆ ਤਨਖਾਹਾਂ ਲੈਣ ਲਈ? ਫਿਰ ਤਾਂ ਕੋਈ ਉਮੀਦ ਹੀ ਨਹੀਂ ਕੀਤੀ ਜਾ ਸਕਦੀ। ਇਹ ਵੈਸੇ ਇੱਕ ਲੇਅਰ ਉਹ ਆ ਜਿਹਦੀ ਕੋਈ ਜ਼ਰੂਰਤ ਨਹੀਂ ਹੈ ਵੈਸੇ। ਹਾਂਜੀ, ਇਲੈਕਟਡ ਆ ਜੀ। ਤੁਸੀਂ ਪੇਰੈਂਟਸ ਮੀਟਿੰਗ ਤੇ ਜਾ ਕੇ ਦੇਖ ਲਓ, ਉੱਥੇ ਉਹ ਬੰਦੇ ਬੋਲਦੇ ਹੁੰਦੇ ਜਿਹਨੇ ਕਦੇ ਸਕੂਲੇ ਜਾ ਕੇ ਨਹੀਂ ਦੇਖਿਆ, ਜਿਨ੍ਹਾਂ ਨੂੰ ਕੁਛ ਨਹੀਂ ਪਤਾ ਹੁੰਦਾ। ਪੇਰੈਂਟਸ ਦੀ ਫੀਡਬੈਕ ਹੋਣੀ ਚਾਹੀਦੀ ਹੈ, ਪਰ ਇਹ ਨਹੀਂ ਕਿ ਪੇਰੈਂਟਸ ਦੀ ਫੀਡਬੈਕ ਇਦਾਂ ਦੀ ਹੋਣੀ ਚਾਹੀਦੀ ਹੈ ਦੂਸਰਿਆਂ ਦੀ ਗੱਲ ਹੀ ਨਾ ਸੁਣੋ। ਪੇਰੈਂਟਸ ਦੇ ਵਿੱਚੋਂ ਜਿਹੜੇ ਬੰਦੇ ਰੇਸਿਸਟ ਬੋਲਦੇ ਆ, ਅੱਜ ਦਾ ਹੁਣ ਮੀਟਿੰਗ ਹੋਈ ਸੀ ਇੱਥੇ ਜਸਟਿਨ ਟਰੂਡੋ ਦੀ, ਰੇਸਿਸਟ ਬੰਦੇ ਆ ਕੇ ਬਾਹਰ ਖਤਮ ਕਰਕੇ ਗਏ ਉਹਦੀ ਮੀਟਿੰਗ। ਇੱਥੇ ਦੀ RCMP ਦੇ ਕੋਲ ਇੰਨੀ ਤਾਕਤ ਹੈ ਨਹੀਂ ਕਿ ਉਹਨੂੰ ਫੜ ਕੇ ਉਹਨਾਂ ਨੂੰ ਅੰਦਰ ਦਿੱਤਾ ਜਾਵੇ। ਹਾਂਜੀ, ਕਿੰਨੇ ਕੁ ਬੰਦੇ ਸੀ ਉਹ ਜਿਹੜੇ ਬੰਦੇ ਰੇਸ਼ੀਅਲ ਸਲਰਜ਼ ਤੁਹਾਡੇ ਕੋਲ
ਚਲੋ ਅਸੀਂ ਮੀਟਿੰਗ ਦੇ ਹੱਕ ਜਾਂ ਨਹੀਂ ਹੱਕ ਜੁਦੀ ਗੱਲ ਹੈ, ਹਾਂਜੀ ਪਰ ਨਸਲਵਾਦ ਦੀ ਬੰਦੇ ਆ ਕੇ ਤੁਹਾਡੀ ਮੀਟਿੰਗ ਖਤਮ ਕਰ ਜਾਣ, ਇਹ ਇੱਕ ਸੀਰੀਅਸ ਗੱਲ ਹੈ। ਇਹ ਕਾਫੀ ਜ਼ਿਆਦਾ ਸੀਰੀਅਸ ਸਰੀ ਦੇ ਵਿੱਚ ਖਾਸ ਤੌਰ ਤੇ ਇੰਨਾ ਰੇਸਿਜ਼ਮ ਹੋ ਰਿਹਾ। ਇਹ ਲੋਕਲ ਸਾਡੇ ਜਿਹੜੇ ਇਲੈਕਟਡ ਬੰਦੇ ਆ, ਇਹਨਾਂ ਦੇ ਜ਼ੁਬਾਨ ਹੈ ਨਹੀਂ, ਇਹ ਨਹੀਂ ਕਦੇ ਬੋਲਦੇ ਜੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਆਪੇ ਸੋਚੋ ਕਿ ਇੱਕ ਮੁੱਠੀ ਭਰ ਬੰਦੇ ਇਕੱਠੇ ਹੋ ਕੇ ਮੀਟਿੰਗ ਕੈਂਸਲ ਕਰਵਾ ਦਿੰਦੇ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਜ਼ੂਮ ਦੇ ਰਾਹੀਂ ਸੰਬੋਧਨ ਕਰਨਾ ਪੈਂਦਾ। ਦੇਖੋ ਇਹਨਾਂ ਦੀ ਕਮਜ਼ੋਰੀ ਆ ਇਹਦੀ। ਹਾਂਜੀ ਤੇ ਤੁਸੀਂ ਇਹ ਬੰਦੇ ਤਾਂ ਕਿਤੇ ਵੀ ਜਾ ਸਕਦੇ ਆ ਜੀ, ਤੁਸੀਂ ਫਿਰ ਮੀਟਿੰਗ ਕਿਤੇ ਵੀ ਨਹੀਂ ਕਰ ਸਕਦੇ ਜੀ। ਬਿਲਕੁਲ। ਨਾਲੇ ਡਾਕਟਰ ਸਾਹਿਬ ਜਿਵੇਂ ਹੁਣ ਉਹਨਾਂ ਨੂੰ ਨਾ ਹੋਰ ਵੀ ਜ਼ਿਆਦਾ ਇਸ ਚੀਜ਼ ਤੋਂ ਬੜਾਵਾ ਮਿਲਿਆ ਹੋਣਾ ਕਿ ਜੇ ਆਹ ਮੀਟਿੰਗ ਕੈਂਸਲ ਕਰਵਾਈ ਆ ਉਹਨਾਂ ਨੇ ਤਾਂ। ਦੇਖੋ ਜੇ ਪ੍ਰਾਈਮ ਮਿਨਿਸਟਰ ਦੀ ਮੀਟਿੰਗ ਖਤਮ ਕਰਾ ਸਕਦੇ ਆ ਤੇ ਇਹਦਾ ਮਤਲਬ ਉਹ ਕਿਸੇ ਦੀ ਵੀ ਮੀਟਿੰਗ ਖਤਮ ਕਰਾ ਸਕਦੇ ਆ। ਹਾਂਜੀ। ਪ੍ਰਾਈਮ ਮਿਨਿਸਟਰ ਦੇ ਕੋਲ ਤਾਂ ਸਿਕਿਉਰਿਟੀ ਹੋਣੀ ਚਾਹੀਦੀ ਹੈ ਜੀ ਬਿਲਕੁਲ। ਫਿਰ ਦੂਸਰੇ ਬੰਦੇ ਕੀ ਆਸ ਰੱਖਦੇ ਨੇ ਜੀ ਬਿਲਕੁਲ ਡਾਕਟਰ ਸਾਹਿਬ। ਤੇ ਇਸ ਇਸ਼ੂ ਤੇ ਸਾਡੇ ਇਲੈਕਟਡ ਬੰਦੇ ਨਹੀਂ ਬੋਲੇ, ਇਹ ਚੁੱਪ ਕਰਕੇ ਕਿਉਂ ਬੈਠੇ? ਜੀ ਇਹ ਬਹੁਤ ਜ਼ਿਆਦਾ ਕਹਿ ਲਓ ਕਿ ਇੱਕ ਡਿਸਅਪਾਇੰਟਮੈਂਟ ਹੈਗੀ ਆ ਵੀ ਉਹਨਾਂ ਨੇ ਕੋਈ ਆਵਾਜ਼ ਨਹੀਂ ਉਠਾਈ। ਡਾਕਟਰ ਸਾਹਿਬ ਰੁੱਖ ਕਰਦੇ ਹਾਂ ਅਗਲੀ ਖਬਰ ਵੱਲ। ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਅਨੁਸਾਰ ਭਾਰਤੀਆਂ ਦੇ ਵਿੱਚ ਜਿਹੜਾ ਮੋਟਾਪਾ ਇਹ ਵੱਧ ਰਿਹਾ ਤੇ ਐਕਸਪਰਟਸ ਵੱਲੋਂ ਹੈਲਥ ਐਮਰਜੈਂਸੀ ਕਿਹਾ ਜਾ ਰਿਹਾ, ਇਹਨੂੰ ਤੇ ਵਾਰਨ ਕੀਤਾ ਜਾ ਰਿਹਾ ਲੋਕਾਂ ਨੂੰ ਕਿ ਹੁਣ ਵੀ ਸੁਧਰ ਜਾਓ, ਆਪਣੀ ਸਿਹਤ ਵੱਲ ਧਿਆਨ ਦਿਓ। ਦੇਖੋ ਇਹਨੂੰ ਅਸੀਂ ਕਹਿੰਦੇ ਆ ਕਿ ਬੰਦਾ ਖਾਂਦਾ ਪੀਂਦਾ ਆ ਜਿਹੜਾ ਮੋਟਾ ਆ। ਹਾਂਜੀ, ਖਾਂਦੇ ਪੀਂਦੇ ਕਰਦਾ। ਖਾਂਦੇ ਪੀਂਦੇ ਕਰਦਾ। ਇਹ ਕਿਸੇ ਜ਼ਮਾਨੇ ਦੇ ਵਿੱਚ ਮਤਲਬ ਇਹ ਚੰਗੀ ਚੀਜ਼ ਸਮਝਿਆ ਜਾਂਦਾ ਸੀ। ਹੁਣ ਜਿਸ ਵੇਲੇ ਤੋਂ ਮਾਡਰਨਾਈਜੇਸ਼ਨ ਸ਼ੁਰੂ ਹੋਈ ਹੈ ਨਾ ਇੰਡੀਆ ਦੀ, ਜਦੋਂ ਤੋਂ ਮੈਕਡੋਨਲਡ ਆਉਣੇ ਸ਼ੁਰੂ ਹੋਏ ਆ, ਪੀਜ਼ਾ ਹੱਟ ਆਉਣੇ ਸ਼ੁਰੂ ਹੋਏ ਆ, ਤੁਸੀਂ ਦੇਖੋ ਪਿੰਡਾਂ ਦੇ ਵਿੱਚ ਲੋਕੀ 버ਗਰ ਖਾਣ ਡਏ ਜੀ। ਹੁਣ 버ਗਰ ਦੀਆਂ ਟਿੱਕੀਆਂ ਤਾਂ ਜ਼ਿਆਦਾ ਤੌਰ ਤੇ ਆਲੂਆਂ ਦੀਆਂ ਬਣੀਆਂ ਹੁੰਦੀਆਂ, ਹਾਂਜੀ, ਤੇ ਤਲੀਆਂ ਹੁੰਦੀਆਂ, ਹਾਂਜੀ। ਤੇ ਪਿੰਡਾਂ ਦੇ ਵਿੱਚ 버ਗਰ ਮੈਂ ਖਾਂਦੇ ਦੇਖੇ ਆ, ਕਾਰਨਰ ਤੇ ਖੜੇ 버ਗਰ ਸਟੈਂਡ ਹੁੰਦੇ ਉਹਨਾਂ ਦੇ। ਲੋਕਾਂ ਦਾ ਜਿਹੜਾ ਰੁਝਾਨ ਹੈ ਨਾ ਉਹ ਸਾਰਾ ਫਾਸਟ ਫੂਡ ਵੱਲ ਹੁਣ ਜ਼ਿਆਦਾ। ਇੱਕ ਕਹਾਵਤ ਹੈ ਕਿ ਸਭ ਤੋਂ ਵਧੀਆ ਮੈਡੀਸਨ ਨਾ ਤੁਹਾਡੇ ਰਸੋਈ ਦੇ ਵਿੱਚ ਬਣਦੀ ਹੈ। ਹਾਂਜੀ। ਉਹ ਹੈਗੀ ਹੈ ਜੇ ਤੁਸੀਂ ਆਪ ਕੁੱਕ ਕਰਦੇ ਆ, ਤੁਸੀਂ ਵਧੀਆ ਫੂਡ ਲਿਆਉਂਦੇ ਆ, ਤਾਜ਼ੀਆਂ ਚੀਜ਼ਾਂ ਲੈ ਕੇ ਆਉਂਦੇ, ਦਾਲਾਂ ਸਬਜ਼ੀਆਂ ਲੈ ਕੇ ਆਉਂਦੇ, ਜੇ ਮੀਟ ਖਾਣਾ ਮੀਟ ਕਿਸੇ ਨੇ ਤੇ ਉਹ ਆਪ ਬਣਾਉਂਦੇ ਆ ਤੁਸੀਂ ਜੀ। ਹੁਣ ਸਾਡੇ ਰਿਵਾਜ ਇਹ ਤੁਰ ਪਿਆ, ਇੱਥੇ ਵੀ ਉਹ ਸਾਡੇ ਇਹ ਰਿਵਾਜ ਹੈ। ਵੈਸੇ ਤੁਸੀਂ ਦੇਖੋ ਇੱਕ ਜ਼ਮਾਨਾ ਹੁੰਦਾ ਸੀ ਕਿ ਲੋਕੀ ਘਰ ਦੇ ਵਿੱਚ ਜੇ ਕਿਸੇ ਨੂੰ ਸੱਦਦੇ ਸੀ ਤਾਂ ਉਹ ਲਈ ਖਾਣਾ ਤਿਆਰ ਕਰਦੇ ਸੀ। ਹਾਂਜੀ। ਹੁਣ ਕੋਈ ਨਹੀਂ ਕਰਦਾ ਤਿਆਰ, ਨਹੀਂ, ਹੁਣ ਬਾਹਰੋਂ ਆਰਡਰ। ਇੱਕ ਪਰਿਵਾਰ ਸੱਦਣਾ ਹੁੰਦਾ, ਉਹਨਾਂ ਨੇ ਬਾਹਰੋਂ ਆਰਡਰ ਕਰਦੇ ਆ। ਜੇ ਕਿਤੇ ਉਹ ਇਹਨਾਂ ਦੇ ਰੈਸਟੋਰੈਂਟ ਦੇ ਵਿੱਚ ਜਾ ਕੇ ਦੇਖਣ ਕਿੱਦਾਂ ਬਣਾਉਂਦੇ ਆ, ਫੇਰ ਕਦੇ ਜ਼ਿੰਦਗੀ ਭਰ ਮੇਰਾ ਖਿਆਲ ਮੂੰਹ ਨਹੀਂ ਲਾਉਣਗੇ। ਇੰਨੇ ਬੁਰੇ ਤਰੀਕੇ ਦੇ ਨਾਲ ਸੁਧਾ ਹੀ ਜੋ ਵੀ ਘਟੀਆ ਕਿਸਮ ਦਾ ਤੇਲ ਸੁੱਟਿਆ ਹੁੰਦਾ, ਘਟੀਆ ਕਿਸਮ ਦੇ ਵੱਖ-ਵੱਖ ਉਹਨਾਂ ਦੇ ਮਸਾਲੇ ਜਿਹੜੇ ਆ ਉਹ ਪਾਏ ਜਾਂਦੇ, ਸਿਰਫ ਇੱਕ ਸਵਾਦ ਬਦਲਣ ਲਈ। ਮੈਨੂੰ ਇੱਕ ਰੈਸਟੋਰੈਂਟ ਵਾਲਾ ਦੱਸਦਾ, ਕਹਿੰਦਾ ਅਸੀਂ ਇੱਕ ਆਪਣੀ ਹੁੰਦੀ ਨਹੀਂ ਸ਼ਿਮਲਾ ਮਿਰਚ ਜਿਹਨੂੰ ਕਹਿੰਦੇ ਆ, ਹਾਂਜੀ, ਉਹ ਕਹਿੰਦਾ ਜੇ ਇਸ ਮੀਟ ਦੇ ਵਿੱਚ ਸ਼ਿਮਲਾ ਮਿਰਚ ਪਾਈ ਹੋਵੇ ਇਹਦਾ ਮਤਲਬ ਉਹ ਮੀਟ 3 ਮਹੀਨੇ ਪੁਰਾਣਾ ਆ। ਵਿੱਚ ਸ਼ਿਮਲਾ ਮਿਰਚ ਪਾਉਣ ਦੇ ਨਾਲ ਉਹ ਕਹਿੰਦਾ ਇਹਨਾਂ ਦਾ ਇਹਦੀ ਜਿਹੜੀ ਉਹ ਹਮਕ ਜਿਹੀ ਮਰ ਜਾਂਦੀ ਹੈ। ਉਹਨਾਂ ਦੇ ਕੋਲ ਆਪਣਾ ਆਪਣਾ ਤਰੀਕਾ ਹੈ ਨਾ। ਹਾਂਜੀ। ਤੁਸੀਂ ਇੱਥੇ ਵੀ ਤਾਂ ਉੱਥੇ ਵੀ ਇਹ ਹਾਲਾਤ ਹੋ ਗਏ ਕਿ ਬਾਹਰੋਂ ਚੀਜ਼ਾਂ ਖਾਣ ਲੱਗ ਪਏ ਜੀ। ਇਹ ਧਿਆਨ ਦੇ ਵਿੱਚ ਤੁਸੀਂ ਲੋਕੀ ਦਿਖਾਉਣਾ ਇਹ ਚਾਹੁੰਦੇ ਆ ਕਿ ਅਸੀਂ ਹੁਣ ਅਮੀਰ ਹੋ ਗਏ। ਅਮੀਰੀ ਇਸ ਗੱਲ ਦੀ ਹੈ ਕਿ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਜੀ। ਜੇ ਤੁਸੀਂ ਘਰ ਦੇ ਵਿੱਚ ਆਪ ਨਹੀਂ ਬਣਾ ਸਕਦੇ ਤੇ ਬਣਾਉਣ ਲਈ ਰੱਖ ਲਓ ਬੰਦਾ। ਹਾਂਜੀ। ਤੁਸੀਂ ਕੋਈ ਗੱਲ ਨਹੀਂ, ਕੋਈ ਵੱਡੀ ਗੱਲ ਨਹੀਂ, ਪੈਸੇ ਇੰਨੇ ਤੁਹਾਡੇ ਤੋਂ ਜ਼ਿਆਦਾ ਪੈਸੇ ਆ ਬਾਹਰੋਂ ਖਾਣ ਲਈ, ਤਾਂ ਘਰ ਦੇ ਵਿੱਚ ਆਪਣਾ ਖਾਣਾ ਬਣਾ ਕੇ ਤਿਆਰ ਕਰਕੇ ਖਾਣਾ ਸਿੱਖੋ ਜੀ। ਔਰ ਵੱਖਰੇ ਵੱਖਰੇ ਤਰੀਕੇ ਦੇ ਨਾਲ ਵੱਖਰੇ ਵੱਖਰੇ ਖਾਣੇ ਜਿਹੜੇ ਆਪਣੀ ਕਿਚਨ ਦੇ ਵਿੱਚ ਬਣਦੇ ਆ ਉਹਨਾਂ ਨਾਲ ਸਿਹਤ ਬਣਦੀ ਹੈ। ਹਾਂਜੀ ਬਿਲਕੁਲ। ਇਹ ਨਹੀਂ ਹੈ ਜਿਹੜੀ ਬਾਹਰੋਂ ਵੇਚਣੇ ਆ ਉਹ ਤਾਂ ਬਿਜ਼ਨਸ ਹੈ ਉਹਨਾਂ ਦਾ ਜੀ। ਉਹਨਾਂ ਨੇ ਦੇਖਣਾ ਕਿ ਸਵਾਦ ਕਿਸ ਚੀਜ਼ ਦਾ ਐਨਹਾਂਸ ਹੁੰਦਾ। ਹਾਂਜੀ। ਹੁਣ 버ਗਰ ਜਿਹੜੇ ਆ ਬਣਾਉਂਦੇ ਆ ਇਹਨਾਂ ਦੇ ਵਿੱਚ ਵੱਖ-ਵੱਖ ਕੈਮੀਕਲਸ ਪਾਉਂਦੇ ਉਹਦਾ ਸਵਾਦ ਐਨਹਾਂਸ ਕਰਨ ਲਈ। ਹੁਣ ਜਿਹੜੀ ਇੱਕ 버ਗਰ ਦੀ ਅਸੀਂ ਗੱਲ ਕਰਦੇ ਸੀ ਕਿ ਵੋਪਰ ਜਿਹੜਾ ਦਿੰਦੇ 3 ਪੈਟੀਆਂ ਵਾਲਾ ਜੀ, ਉਹਦੇ 'ਚ 1500 ਕੈਲੋਰੀਜ਼ ਆ।
ਉੱਥੇ ਹਿੰਦੁਸਤਾਨ ਦੇ ਵਿੱਚ ਜਾ ਕੇ ਦੇਖ ਲਓ, ਉੱਥੇ ਵੀ ਪੀਜ਼ਾ ਖਾਂਦੇ ਆ, 버ਗਰ ਖਾਂਦੇ ਆ ਲੋਕੀ। ਉਹਦੇ ਨਾਲ ਮੋਟਾਪਾ ਜ਼ਿਆਦਾ ਹੁੰਦਾ। ਹਾਂਜੀ। ਮੋਟਾਪੇ ਦੇ ਨਾਲ ਹੁਣ ਕਾਰਡੀਅਕ ਅਰੈਸਟ ਜ਼ਿਆਦਾ ਹੋ ਰਹੀ ਹੈ, ਉਹਦੇ ਨਾਲ ਹੀ ਤੁਹਾਡੇ ਸਟ੍ਰੋਕ ਵਗੈਰਾ ਹੁੰਦੇ ਆ, ਕਾਫੀ ਸਾਰੇ ਹੈਲਥ ਇਸ਼ੂਜ਼ ਆਉਂਦੇ ਆ, ਹੈਲਥ ਇਸ਼ੂਜ਼ ਆਉਂਦੀਆਂ ਨਾ। ਹਾਂਜੀ। ਪਿੰਡ ਦੇ ਵਿੱਚ ਮੈਂ ਕਿਸੇ ਗਿਆ, ਉਹਨਾਂ ਦੇ ਘਰ ਦੇ ਵਿੱਚ ਜਿੱਦਾਂ ਕੈਮਿਸਟ ਦੀ ਸ਼ਾਪ ਨਹੀਂ ਹੁੰਦੀ, ਹਾਂਜੀ, ਉਹਦੇ ਟੇਬਲ ਦੇ ਉੱਤੇ ਕੋਈ 10-12 ਗੋਲੀਆਂ ਪਈਆਂ ਸੀ। ਉਸ ਔਰਤ ਨੇ 12 ਦੀਆਂ 12 ਗੋਲੀਆਂ ਖਾਧੀਆਂ, ਕੋਈ ਪੀਲੇ ਰੰਗ ਦੀ, ਕੋਈ ਨੀਲੇ ਰੰਗ ਦੀ, ਕੋਈ ਚਿੱਟੇ ਰੰਗ ਦੀ, ਕੋਈ ਲਾਲ ਰੰਗ ਦੀ, ਇੱਕੋ ਵਾਰੀ 'ਚ। ਇਹ ਅੱਧੀਆਂ ਕਹਿੰਦੀ ਮੈਂ ਸਵੇਰ ਨੂੰ ਖਾਣੀਆਂ, ਅੱਧੀਆਂ ਸ਼ਾਮ ਨੂੰ ਖਾਣੀਆਂ। ਅੱਛਾ, ਠੀਕ ਆ। 6-6 ਕਰਕੇ। ਹਾਂਜੀ। ਪਰ ਮੈਂ ਕਿਹਾ ਵੀ ਤੂੰ ਬਾਹਰ ਘੁੰਮ ਲਿਆ ਕਰ। ਕਹਿੰਦੀ ਘੁੰਮ ਨਹੀਂ ਹੁੰਦਾ, ਫਿਰ ਗੋਡੇ ਦੁਖਣ ਲੱਗ ਪੈਂਦੇ ਆ। ਗੋਲੀਆਂ ਖਾਣੀਆਂ ਈਜ਼ੀ ਆ, ਗੋਲੀਆਂ ਖਾਣੀਆਂ ਸੌਖੀਆਂ ਆ, ਉਹ 'ਚ ਗੋਡਿਆਂ ਦਾ ਦਰਦ ਨਹੀਂ ਮਹਿਸੂਸ ਹੁੰਦਾ ਨਾ। ਗੋਡੇ ਤਾਂ ਦੁਖਦੇ ਆ ਕਿ ਤੁਸੀਂ ਹੁਣ ਜਿਹੜੀ ਆਪਣੀ ਡਾਈਟ ਬਦਲ ਲਈ ਹੈ। ਅੱਗੇ ਜਿੰਨਾ ਕੰਮ ਨਹੀਂ ਰਿਹਾ ਉੱਥੇ। ਹਾਂਜੀ। ਅੱਗੇ ਤਾਂ ਲੋਕੀ ਤੜਕੇ ਉੱਠਦੇ ਹੁੰਦੇ ਸੀ, ਹਲ ਜੋੜਦੇ ਸੀ, ਚੱਕੀ ਰਾਹੀਂ ਪੀਂਦੇ ਸੀ, ਉਹ ਸਰੀਰਕ ਕੰਮ ਸੀ ਉਹ। ਤਾਂ ਉਹਦੇ ਵਿੱਚ ਤੁਹਾਨੂੰ ਘਿਓ ਖਾਧਾ ਵੀ ਪਚ ਜਾਂਦਾ ਸੀ। ਹਾਂਜੀ। ਉਹਦੇ ਵਿੱਚ ਜੇ ਜ਼ਿਆਦਾ ਖਾਂਦੇ ਸੀ ਉਹ ਵੀ ਪਚ ਜਾਂਦਾ ਸੀ, ਕਿਉਂਕਿ ਕੈਲੋਰੀਜ਼ ਦੀ ਜ਼ਿਆਦਾ ਲੋੜ ਪੈਂਦੀ ਸੀ। ਹਾਂਜੀ। ਹੁਣ ਜਿਹੜਾ ਲਾਈਫ ਸਟਾਈਲ ਉਹ ਤਾਂ ਹੈਗਾ ਟੀਵੀ ਦੇ ਮੂਹਰੇ ਬੈਠਣ ਦਾ, ਕੰਪਿਊਟਰ ਦੇ ਮੂਹਰੇ ਬੈਠਣ ਦਾ। ਹਾਂਜੀ। ਤੇ ਖਾਈ ਜਾਣਾ ਹੈ ਬਾਹਰੋਂ, ਜਿਹੜਾ ਬਿਲਕੁਲ ਹੀ ਘਟੀਆ ਬਿਜ਼ਨਸ ਵਾਲੇ ਵੇਚਦੇ ਆ। ਉਹ ਤੁਹਾਡੀ ਸਿਹਤ ਦੇਖ ਕੇ ਤਾਂ ਨਹੀਂ ਬਣਾਉਂਦੇ। ਨਹੀਂ ਜੀ, ਉਹਨਾਂ ਨੇ ਤਾਂ ਆਪਣਾ ਬਿਜ਼ਨਸ ਦੇਖਣਾ। ਉਹ ਤਾਂ ਦੇਖਦੇ ਵੀ 100 ਦੇ ਵਿੱਚੋਂ ਇਹਦੇ 15% ਬਚਦੇ ਆ, ਜੇ ਅਸੀਂ ਮਾੜਾ ਹੋਰ ਤੇਲ ਲਿਆਈਏ ਤਾਂ ਸ਼ਾਇਦ 20% ਬਚ ਜਾਣ। ਹਾਂਜੀ। ਤੇ ਉਹਨਾਂ ਨੇ ਤਾਂ ਆਪਣਾ ਪ੍ਰੋਫਿਟ ਦੇਖਣਾ, ਤੁਹਾਡੀ ਸਿਹਤ ਨਹੀਂ ਦੇਖਣੀ। ਹਾਂਜੀ, ਬਿਲਕੁਲ। ਤਾਂ ਹਿੰਦੁਸਤਾਨ ਦੇ ਵਿੱਚ ਹੁਣ ਇਹ ਜਿਹੜਾ ਇੱਕ ਕਿਸਮ ਦਾ ਪੈਂਡੈਮਿਕ ਆਇਆ ਆ, ਕਿਉਂਕਿ ਉੱਥੇ ਫੈਟ ਬੰਦਿਆਂ ਦੀ, ਉੱਥੇ ਓਬੀਸ ਬੰਦੇ ਜਿਹਨਾਂ ਨੂੰ ਕਿਹਾ ਜਾਂਦਾ। ਹਾਂਜੀ। ਓਬੀਸ ਉਹ ਆ ਇੱਕ ਨੂੰ ਤਾਂ ਅਸੀਂ ਮੋਟਾ ਕਹਿੰਦੇ ਨਾ, ਇੱਕ ਬਿਲਕੁਲ ਹੀ ਮੋਟਾ, ਜਿਹੜੇ 10 ਪਰੌਂਠੇ ਖਾਣ ਵਾਲਾ ਬੰਦਾ। ਪਰੌਂਠੇ ਵੀ ਖਾ ਲੈਣ ਕੋਈ ਮਾੜੀ ਗੱਲ ਨਹੀਂ, ਜੇ 10 버ਗਰ ਖਾਣੇ ਉਹ ਮਾੜੀ ਗੱਲ ਹੈ। ਹਾਂਜੀ। ਇੰਨੀ ਮਾੜੀ ਗੱਲ ਨਹੀਂ ਜੇ ਘਰ ਬਣਾਇਆ ਕੋਈ ਪਰੌਂਠੇ ਖਾ ਲੈਂਦਾ। ਸੋ ਦੋ ਗੱਲਾਂ ਜ਼ਿਆਦਾ, ਇੱਕ ਸੈਡੈਂਟਰੀ ਜਿਹੜਾ ਲਾਈਫ ਸਟਾਈਲ ਹੈ, ਤੇ ਦੂਸਰਾ ਬਾਹਰੋਂ ਖਾਣ ਦੀ ਆਦਤ ਪੈ ਗਈ ਹੈ। ਹਾਂਜੀ, ਲੋਕਾਂ ਨੂੰ। ਜੀ ਡਾਕਟਰ ਸਾਹਿਬ, ਪ੍ਰੈਜ਼ੀਡੈਂਟ ਜੋ ਬਾਈਡਨ ਦੀ ਜਿਹੜੀ ਪਪੂਲੈਰਿਟੀ ਹੈਗੀ ਆ, ਇਹ ਦਿਨ ਪ੍ਰਤੀ ਦਿਨ ਘਟਦੀ ਹੀ ਜਾਂਦੀ ਆ। ਜਦੋਂ ਹੀ ਨਵੀਂ ਰਿਪੋਰਟ ਆਉਂਦੀ ਆ ਤਾਂ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀ ਪਪੂਲੈਰਿਟੀ ਉਹਨਾਂ ਦੀ ਪਹਿਲਾਂ ਦੇ ਨਾਲੋਂ ਵੀ ਘਟੀ ਹੁੰਦੀ ਆ। ਕੀ ਕਹਿਣਾ ਚਾਹੋਗੇ? ਲੋਕੀ ਜੋ ਕੁਝ ਦੇਖਦੇ ਆ ਆਰਥਿਕਤਾ ਦੇ ਵਿੱਚ ਆਲੇ ਦੁਆਲੇ, ਉਹ ਫਿਰ ਇੱਕੋ ਹੀ ਬੰਦਾ ਆ ਬਲੇਮ ਕਰਨ ਲਈ, ਜਿਹੜਾ ਪ੍ਰੈਜ਼ੀਡੈਂਟ ਆ। ਹਾਂਜੀ। ਅੱਛਾ, ਦੂਸਰੀ ਗੱਲ ਜਿਹੜੀ ਅਜੇ ਵੀ 36% ਲੋਕੀ ਉਹਨਾਂ ਦੀ ਸਪੋਰਟ ਕਰਦੇ ਆ, ਉਹਦੇ ਵਿੱਚ ਅਮਰੀਕਨ ਕਲਚਰ ਤੇ ਕੈਨੇਡੀਅਨ ਕਲਚਰ ਦਾ ਫਰਕ ਹੈਗਾ ਕਿ ਉੱਥੇ ਬੰਦੇ ਪੱਕੇ ਹੀ ਆ। ਕਈ ਬੰਦੇ 36% ਉਹ ਡੈਮੋਕ੍ਰੈਟਿਕ ਆ, ਜਿਨ੍ਹਾਂ ਨੂੰ ਕੁਝ ਵੀ ਹੋ ਜਾਏ ਉਹਨਾਂ ਨੇ ਜੋ ਬਾਈਡਨ ਤੋਂ ਪਿੱਛੇ ਨਹੀਂ ਹਟਣਾ, ਡੈਮੋਕ੍ਰੈਟਿਕ ਪਾਰਟੀ ਤੋਂ ਪਿੱਛੇ ਨਹੀਂ ਹਟਣਾ ਜੀ। ਉਹਨਾਂ ਦੇ ਨਾਲ ਜੁੜੇ ਆ, ਉਹਨਾਂ ਦੇ ਨਾਲ ਜੁੜੇ ਹੋਏ ਆ। ਸਾਡੇ ਇਹ ਗੱਲ ਨਹੀਂ। ਸਾਡੇ 1991 ਤਾਈਂ ਸੋਸ਼ਲ ਕ੍ਰੈਡਿਟ ਪਾਰਟੀ ਨੇ 1952 ਤੋਂ ਲੈ ਕੇ 1991 ਤਾਈਂ ਇੱਥੇ ਉਹਨਾਂ ਦੀ ਸਰਦਾਰੀ ਚੱਲਦੀ ਸੀ। ਜਿਹੜਾ ਸੋਸ਼ਲ ਕ੍ਰੈਡਿਟ ਨਾਲੋਂ ਗਧਾ ਖੜਾ ਹੋ ਜਾਂਦਾ ਸੀ, ਜਿੱਤ ਜਾਂਦਾ ਸੀ। ਬਾਅਦ 'ਚ ਪਤਾ ਲੱਗਣਾ ਨਾ ਇਹ ਦਲਤੇ ਮਾਰਦਾ ਹੈ। 1991 ਦੇ ਵਿੱਚ ਉਹ ਬਿਲਕੁਲ ਖਤਮ ਹੋ ਗਈ ਪਾਰਟੀ। ਫਿਰ NDP ਨੇ 2 ਮੈਜੋਰਟੀਜ਼ ਜਿੱਤੀਆਂ 1991 ਤੇ 1996 ਦੇ ਵਿੱਚ। 2001 ਦੇ ਵਿੱਚ ਸਿਰਫ 2 ਮੈਂਬਰ ਰਹਿ ਗਏ ਉਹਨਾਂ ਦੇ। ਕੰਜ਼ਰਵੇਟਿਵ ਪਾਰਟੀ ਨੇ 1984 ਤੇ 1988 'ਚ ਮੈਜੋਰਟੀ ਜਿੱਤੀ। 1993 ਦੇ ਵਿੱਚ ਉਹਨਾਂ ਦੇ 2 ਮੈਂਬਰ ਰਹਿ ਗਏ ਬਸ। ਇਹ ਸਾਡੇ ਹੀ ਹੋ ਸਕਦਾ। ਹਾਂਜੀ। ਇੱਦਾਂ US ਦੇ ਵਿੱਚ ਨਹੀਂ ਹੁੰਦਾ। ਉਹਨਾਂ ਦੇ ਕੁਝ ਕੋਰ ਸਪੋਰਟਰਸ ਆ, ਜੇ ਕਈਆਂ ਸਟੇਟਸ ਦੇ ਵਿੱਚ ਜਿਹਨਾਂ ਪ੍ਰਾਇਮਰੀਜ਼ ਹੁੰਦੀਆਂ, ਜਿਹਨਾਂ ਨੂੰ ਅਸੀਂ ਨੋਮੀਨੇਸ਼ਨ ਇੱਥੇ ਕਹਿੰਦੇ ਆ, ਉਹਨਾਂ ਦੇ ਵਿੱਚ ਪ੍ਰਾਇਮਰੀਜ਼ ਸਾਰੇ ਬੰਦੇ ਵੋਟ ਪਾ ਸਕਦੇ। ਹੁਣ ਕਈਆਂ ਸਟੇਟਸ ਦੇ ਵਿੱਚ ਤਾਂ ਹਰੇਕ ਬੰਦੇ ਨੂੰ ਇਜਾਜ਼ਤ ਹੈ, ਚਾਹੇ ਜਿਹੜੀ ਮਰਜ਼ੀ ਪਾਰਟੀ ਸਪੋਰਟਰ ਹੋਵੇ। ਕਈਆਂ ਸਟੇਟਸ ਦੇ ਵਿੱਚ ਆ ਕਿ ਜਦੋਂ ਤੁਸੀਂ ਰਜਿਸਟਰ ਹੁੰਦੇ ਹੋ ਵੋਟਰ ਦੇ ਤੌਰ ਤੇ ਉਹ ਪੁੱਛਦੇ ਆ ਤੁਸੀਂ ਡੈਮੋਕ੍ਰੈਟਿਕ ਵੋਟਰ ਹੈ ਜਾਂ ਰਿਪਬਲਿਕਨ ਵੋਟਰ ਹੈ। ਉਹ ਨਾਲ ਲਿਖਦੇ ਆ। ਤੁਸੀਂ ਤਾਂ ਹੀ ਵੋਟ ਪਾ ਸਕਦੇ ਪ੍ਰਾਇਮਰੀ ਦੇ ਵਿੱਚ, ਜੇ ਤੁਸੀਂ ਜਿੱਦਾਂ ਡੈਮੋਕ੍ਰੈਟਿਕ ਦੀ ਨੋਮੀਨੇਸ਼ਨ ਹੈ ਤਾਂ ਡੈਮੋਕ੍ਰੈਟ ਦੀ ਪਾ ਸਕਦਾ,
ਜੇ ਤੇ ਲਿਖਿਆ ਆ, ਤੁਸੀਂ ਪਹਿਲਾਂ ਉਹ ਪੁੱਛਦੇ ਆ ਇਲੈਕਸ਼ਨ ਹੋਣ ਤੋਂ, ਪ੍ਰਾਇਮਰੀ ਹੋਣ ਤੋਂ, ਕਿ ਤੁਸੀਂ ਕਿਹੜੀ ਪਾਰਟੀ ਦੇ ਸਪੋਰਟਰ ਹੈ। ਸੋ ਇਸ ਕਰਕੇ ਇੱਕ ਗਰੁੱਪ ਹੈ, ਇੱਕ ਪਰਸੈਂਟੇਜ ਆ, ਇੱਕ ਜਿਹੜੇ ਲੋਕ ਉਸੇ ਪਾਰਟੀ ਨਾਲ ਜੁੜੇ ਪਏ। ਹੁਣ 36% ਤਾਂ ਮਾੜੀ ਪਬਲਿਸਿਟੀ, ਵੈਸੇ ਸਰਵੇ ਦੇ ਹਿਸਾਬ ਨਾਲ 36% ਸਪੋਰਟ ਕਰਦੇ, ਅੱਗੇ 38 ਕਰਦੇ ਸੀ 2 ਹਫ਼ਤੇ ਪਹਿਲਾਂ। ਹਾਂਜੀ, 2 ਹਫ਼ਤੇ। ਹੁਣ ਉਹ ਲੋਕ ਆ ਜਿਨ੍ਹਾਂ ਨੇ ਕਦੇ ਛੱਡਣੀ ਨਹੀਂ ਪਾਰਟੀ। ਜੋ ਬਾਈਡਨ ਭਾਵੇਂ ਸਿੰਘ ਲਾ ਕੇ ਤੁਰਿਆ ਫਿਰੇ, ਜੋ ਮਰਜ਼ੀ ਕਰੇ, ਇਹ ਉਹ ਬੰਦੇ ਹੁੰਦੇ ਆ। ਜਿੱਦਾਂ ਇੱਥੇ NDP ਦੀ ਸਾਡੇ ਕੁਛ ਇੱਕ ਸਪੋਰਟ ਆ, ਪਰ ਫਿਰ ਵੀ 2001 ਦੇ ਵਿੱਚ ਇੰਨੀ ਥੱਲੇ ਡਿੱਗ ਪਈ ਸੀ ਕਿ ਸਿਰਫ 2 ਬੰਦੇ ਜਿੱਤ ਸਕੇ। ਹਾਂਜੀ, ਪਰ ਉਹਨਾਂ ਦੇ ਇਹ ਗੱਲ ਨਹੀਂ ਅਜੇ ਤਾਈਂ। ਡੈਮੋਕ੍ਰੈਟਸ ਨੇ ਡੈਮੋਕ੍ਰੈਟਸ ਨੂੰ ਪਾਉਣੀ ਹੈ, ਰਿਪਬਲਿਕਨਸ ਨੇ ਰਿਪਬਲਿਕਨ ਨੂੰ। ਜਿਹੜੇ 5-7% ਇੱਧਰ ਉੱਧਰ ਜਾਣ ਵਾਲੇ ਨਾ, ਉਹ ਬਦਲਦੇ ਆ ਵੋਟ। ਹਾਂਜੀ, ਚਾਹੇ ਉਹਨਾਂ ਦੇ ਨਾਲ ਰਿਪਬਲਿਕਨ ਆ ਜਾਣ, ਚਾਹੇ ਡੈਮੋਕ੍ਰੈਟਿਕ ਪਾਰਟੀ ਵਾਲੇ ਆ ਜਾਣ। ਸੋ ਇਸ ਵੇਲੇ ਡੈਮੋਕ੍ਰੈਟਿਕ ਪਾਰਟੀ ਲਈ ਜੋ ਬਾਈਡਨ ਇੱਕ ਸਮਝ ਲਓ ਖਤਰੇ ਦੀ ਘੰਟੀ ਆ। ਹਾਂਜੀ, ਪਹਿਲਾਂ ਤਾਂ ਉਹ ਸੋਚਦੇ ਸੀ ਕਿ ਚਲੋ ਸ਼ੁਕਰ ਹੋਇਆ ਰਸ਼ੀਆ ਵਾਲਿਆਂ ਨਾਲ ਲੜਾਈ ਲੱਗ ਗਈ ਆ, ਤੇ ਹੁਣ ਇਹਦੇ ਖਿਲਾਫ ਰੌਲਾ ਪਾਵਾਂਗੇ, ਯੂਕਰੇਨ ਦੇ ਹੱਕ 'ਚ ਪਾਵਾਂਗੇ ਤਾਂ ਸਾਡੀ ਪਪੂਲੈਰਿਟੀ ਵਧ ਜੂਗੀ। ਲੋਕੀ ਕਹਿੰਦੇ ਨਹੀਂ, ਉਸ ਲੜਾਈ ਦੇ ਨਾਲ ਇਨਫਲੇਸ਼ਨ ਵਧ ਗਈ ਹੈ, ਉਹਦੇ ਵੀ ਜੋ ਬਾਈਡਨ ਜ਼ਿੰਮੇਵਾਰ ਹੈ। ਹਾਂਜੀ, ਚਿੜੀ ਮਰੇ ਜਾਂ ਕਾਂ, ਜੋ ਬਾਈਡਨ ਦੇ ਨਾਂ। ਜੀ ਬਿਲਕੁਲ। ਤਾਂ ਫਿਰ ਇਹਨਾਂ ਨੂੰ ਜਦੋਂ ਸੁਪਰੀਮ ਕੋਰਟ ਦੀ ਡਾਕੂਮੈਂਟ ਲਈ ਕੀ ਕਹਿੰਦੇ ਹੁੰਦੇ ਉਹਨੂੰ, ਜਿਹੜੇ ਡਾਕੂਮੈਂਟ ਲੀਕ ਹੋਏ ਸੀ, ਹਾਂਜੀ, ਲੀਕ ਹੋਇਆ, ਤੇ ਉਸ ਵੇਲੇ ਇਹਨਾਂ ਨੂੰ ਖੁਸ਼ੀ ਚੜ ਗਈ ਵਿਆਹ ਜਿੰਨੀ। ਹਾਂਜੀ, ਅੱਛਾ, ਪਹਿਲਾਂ ਤੁਸੀਂ ਦੇਖਿਆ ਹੋਣਾ ਉਸ ਵੀਕਐਂਡ ਤੇ, ਤਾਂ ਉਸ ਤੋਂ ਬਾਅਦ ਬਹੁਤ ਰੈਲੀਜ਼ ਕੀਤੀਆਂ। ਹਾਂਜੀ, ਈਵਨ ਆ ਸਿਐਟਲ ਦੇ ਵਿੱਚ, ਜਿੱਥੇ ਨਹੀਂ ਅਸਰ ਹੋਣਾ। ਹਾਂਜੀ, ਇਹਨਾਂ ਦੀ ਆਪਣੀ ਸਰਕਾਰ ਹੈ, ਆਪ ਫੈਸਲਾ ਕਰਦੀ ਹੈ ਅਬੋਰਸ਼ਨ ਦੇਣਾ ਜਾਂ ਨਹੀਂ ਦੇਣਾ। ਇਹਨਾਂ ਦੇ ਕੋਈ ਅਸਰ ਨਹੀਂ ਹੋਣਾ ਸੀ, ਪਰ ਫਿਰ ਵੀ ਇਹਨਾਂ ਨੇ ਰੈਲੀਜ਼ ਕੀਤੀਆਂ ਇੱਥੇ ਸਿਐਟਲ, ਇਸ ਕਰਕੇ ਕੀਤੀਆਂ ਕਿ ਜਿਹੜੀਆਂ ਨਵੰਬਰ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ, ਉਹ ਸਾਡੇ ਹੱਕ ਦੇ ਵਿੱਚ ਹੋ ਜਾਣ। ਜੀ, ਹਾਲਾਂਕਿ ਅਬੋਰਸ਼ਨ ਵਾਸ਼ਿੰਗਟਨ ਸਟੇਟ ਦੇ ਵਿੱਚ ਕੋਈ ਇਸ਼ੂ ਨਹੀਂ ਸੀ, ਨਾ ਔਰੇਗਨ ਦੇ ਵਿੱਚ, ਨਾ ਕੈਲੀਫੋਰਨੀਆ ਦੇ ਵਿੱਚ, ਪਰ ਇਸ਼ੂ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਜਦੋਂ ਸਰਵੇ ਆਏ, ਉਹਨਾਂ ਨੇ ਲੋਕਾਂ ਨੇ ਕਿਹਾ ਕਿ ਅਬੋਰਸ਼ਨ ਹੋਵੇ ਚਾਹੇ ਨਾ ਹੋਵੇ, ਸੁਪਰੀਮ ਕੋਰਟ ਦੇ ਹੱਕ 'ਚ ਫੈਸਲਾ ਕਰਦੇ ਜਾਂ ਵਿਰੋਧ 'ਚ, ਇਹਦਾ ਕੋਈ ਫਰਕ ਨਹੀਂ ਪੈਂਦਾ। ਹਾਂਜੀ, ਅਸੀਂ ਵੋਟ ਜਿਹੜੀ ਆ ਜੋ ਬਾਈਡਨ ਦੇ ਖਿਲਾਫ ਹੀ ਪਾਉਣੀ ਆ। ਜੀ, ਹੁਣ ਮੇਰਾ ਖਿਆਲ ਅਰਦਾਸ ਕਰਦੇ ਹੋਣੇ ਵੀ ਕੋਈ ਨਾ ਕੋਈ ਹੋਰ ਗੱਲ ਹੋ ਜਾਵੇ। ਵੈਸੇ ਡਾਕਟਰ ਸਾਹਿਬ ਜਿਹੜੇ ਪੋਲੀਟੀਕਲ ਐਨਾਲਿਸਟ ਹੈਗੇ ਆ, ਉਹਨਾਂ ਦਾ ਤਾਂ ਇਹੀ ਕਹਿਣਾ ਵੀ ਜੇ ਕੋਈ ਮਰਜ਼ੀ ਮੁੱਦਾ ਹੋਵੇ, ਜੋ ਬਾਈਡਨ ਨੂੰ ਨਹੀਂ ਬਚਾ ਸਕਦਾ। ਉਹ ਇਸ ਵੇਲੇ ਕਹਿੰਦੇ ਹੋ ਸਕਦਾ ਜਿੱਦਾਂ 2001 ਦੇ ਵਿੱਚ ਵਰਲਡ ਟ੍ਰੇਡ ਸੈਂਟਰ ਤੇ ਮਾਰਤੇ ਸੀ ਨਾ ਉਹਨਾਂ ਨੇ ਪਲੇਨ, ਉਹ ਢਾਹ ਦਿੱਤੇ ਸੀ। ਹਾਂਜੀ, ਉਹਦੇ ਨਾਲ ਜਾਰਜ ਬੁਸ਼ ਜਿਹੜਾ ਉਹ ਜਿੱਤ ਗਿਆ। ਜੀ, ਜਿਹੜੀਆਂ ਉਸ ਵੇਲੇ ਇਲੈਕਸ਼ਨ ਹੋਈਆਂ, ਤੇ ਉਹ ਪਹਿਲਾ ਪ੍ਰੈਜ਼ੀਡੈਂਟ ਸੀ ਵਰਲਡ ਵਾਰ 2 ਤੋਂ ਜਿਹਨੇ ਮਿਡ ਟਰਮ ਇਲੈਕਸ਼ਨ ਜਿੱਤੀਆਂ ਸੀ। ਹਾਂਜੀ, ਉਹ ਇਸ ਕਰਕੇ ਜਿੱਤੀਆਂ ਕਿ ਉਹ ਹਮਲਾ ਹੋਣ ਦਾ ਕਰਕੇ ਲੋਕੀ ਇੱਕਦਮ ਖਿਲਾਫ ਹੋ ਗਏ। ਮਤਲਬ ਰੌਲਾ ਇੰਨਾ ਪਿਆ ਮੁਸਲਮਾਨਾਂ ਦੇ ਖਿਲਾਫ, ਜੋ ਕੁਛ ਉਹਨਾਂ ਨੇ ਪ੍ਰਚਾਰ ਕਰਨਾ ਸੀ ਉਹ ਕੀਤਾ। ਉਹਦਾ ਫਾਇਦਾ ਰਿਪਬਲਿਕਨ ਪਾਰਟੀ ਨੂੰ ਹੋਇਆ। ਪਰ ਇਦਾਂ ਦੀ ਕੋਈ ਗੱਲ ਹੋ ਜਾਵੇ ਤਾਂ ਜੋ ਕਲਰਕ ਕਹੀ ਹੈ ਨਾ, ਜੋ ਬਾਈਡਨ ਬਚ ਸਕਦਾ, ਵੈਸੇ ਕੋਈ ਨਹੀਂ ਬਚਾ ਉਹਦਾ। ਜੀ, ਤੇ ਉਸ ਤੋਂ ਪਹਿਲਾਂ ਫੁੱਲ ਸਕੇਲ ਡਿਮੈਂਸ਼ੀਆ ਹੋ ਗਿਆ ਤਾਂ ਇਹ ਵੀ ਕੋਈ ਪਤਾ ਨਹੀਂ। ਜੀ ਬਿਲਕੁਲ, ਤੁਸੀਂ ਸਹੀ ਕਿਹਾ, ਕਿਉਂਕਿ ਜਿਹੜੀਆਂ ਉਹਨਾਂ ਦੀਆਂ ਮੋਸਟਲੀ ਸਟੇਟਮੈਂਟਸ ਹੁੰਦੀਆਂ ਨੇ ਹੈਡ ਸਕ੍ਰੈਚਿੰਗ ਹੀ ਹੁੰਦੀਆਂ ਨੇ, ਜਿਹਦੇ ਤੇ ਫਿਰ ਵਾਈਟ ਹਾਊਸ ਵੱਲੋਂ ਸਫਾਈਆਂ ਜਿਹੜੀਆਂ ਉਹਨਾਂ ਨੂੰ ਦੇਣੀਆਂ ਮੁਸ਼ਕਲ ਹੋ ਜਾਂਦੀਆਂ ਨੇ। ਦੇਖੋ, ਇੱਥੇ ਲੋਕਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ, ਇਹ ਬੰਦੇ ਇੰਨਾ ਨਹੀਂ ਸੋਚ ਸਕਦੇ ਕਿ ਆਪਣੇ ਆਪ ਕੋਈ ਸਪੀਚ ਕਰ ਲੈਣ, ਆਪਣੇ ਆਪ ਨੂੰ ਕੋਈ ਗੱਲ ਕਹਿ ਦੇਣ। ਇਹਨਾਂ ਨੂੰ ਪਿੱਛੇ ਗੱਲ ਕਹਿਣ ਵਾਲੇ PR ਦੇ ਬੰਦੇ ਬੈਠੇ ਆ। ਤੁਸੀਂ ਇਹ ਦੇਖੋ, PR ਦੇ ਬੰਦੇ ਜਿਹੜੀ ਲਿਖੀ ਹੋਈ ਸਪੀਚ ਨੂੰ ਵੀ ਇਹ ਐਜ਼ ਇਟ ਇਜ਼ ਨਹੀਂ ਪੜ੍ਹਦੇ। ਜਦੋਂ ਆਪਣੇ ਕੋਲੋਂ ਕੋਈ ਚੀਜ਼ਾਂ ਨੂੰ ਐਡ ਔਨ ਕਰਦੇ, ਫਸਾਦ ਤਾਂ ਉੱਥੇ ਪੈਂਦਾ, ਪ੍ਰੋਬਲਮ ਤਾਂ ਉੱਥੇ ਖੜੀ ਹੁੰਦੀ ਆ। ਉਹਨਾਂ ਦੀ ਸਪੀਚ ਤੋਂ ਬਾਅਦ ਕਈ ਵਾਰੀ ਇੱਕ ਅੱਧਾ ਅੱਖਰ ਬੋਲ ਦਿੰਦੇ ਨਾ। ਹਾਂਜੀ, ਉਸ ਅੱਖਰ ਦੇ ਨਾਲ ਪ੍ਰੋਬਲਮ ਪੈ ਜਾਂਦੀ ਹੈ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਡਾਕਟਰ ਸਾਹਿਬ, ਜਿਹੜੀਆਂ ਕਹਾਵਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸੱਚਾਈ ਹੁੰਦੀ ਆ। ਜਿਹੜੀ ਕਹਾਵਤ ਹੈ ਨਾ, ਨੀਮ ਹਕੀਮ ਖਤਰਾ ਜਾਨ, ਇਹ ਬਿਲਕੁਲ ਸੱਚ ਕਰਕੇ ਦਿਖਾਤੀ। ਜਰਮਨੀ ਦੇ ਵਿੱਚ ਇੱਕ ਔਰਤ ਨੇ ਨਕਲੀ ਡਾਕਟਰ ਬਣ ਕੇ ਕਿੰਨੇ ਹੀ ਲੋਕਾਂ ਦਾ ਇਲਾਜ ਕਰਨ ਲੱਗ ਗਈ ਤੇ ਕਿੰਨੇ ਲੋਕਾਂ ਦੀ ਜਾਨ ਦੇ ਨਾਲ ਉਹਨੇ ਖਿਲਵਾੜ ਕਰਤਾ।
ਅੱਛਾ ਡਾਕਟਰ ਵੀ ਆਮ ਨਹੀਂ ਬਣੀ, ਉਹ ਬਣੀ ਖਾਸ ਜਿਹੜੀ ਸਪੈਸ਼ਲਿਸਟ ਹੁੰਦੀ ਹੈ। ਹਾਂਜੀ। ਐਨਸਥੀਓਲੋਜਿਸਟ ਜਿਹੜੇ ਹੁੰਦੇ ਆ, ਐਨਸਥੀਸੀਆ ਉਹਨੂੰ ਕਹਿੰਦੇ ਆ, ਜਿਹੜਾ ਜਦੋਂ ਮਰੀਜ਼ ਦਾ ਕੋਈ ਆਪਰੇਸ਼ਨ ਕਰਦੇ ਆ ਉਹਨੂੰ ਓਨੀ ਪੇਨ ਕਿਲਰ ਦੇਣੀ ਹੈ ਜਿਹਦੇ ਨਾਲ ਉਹ ਨੰਬ ਹੋ ਜਾਵੇ। ਹਾਂਜੀ। ਤੇ ਬਹੁਤ ਧਿਆਨ ਨਾਲ ਦੇਣਾ ਪੈਂਦਾ ਜੀ। ਉਹ ਸਿਰਫ ਕਈ ਵਾਰੀ ਤਾਂ ਸਾਰੇ ਸਰੀਰ ਨੂੰ ਦੇ ਦਿੰਦੇ ਆ ਕਿ ਸਾਰਾ ਸਰੀਰ ਤੁਸੀਂ ਜੇ ਕਰਾਉਣਾ ਹੋਵੇ ਸਾਰਾ ਸਰੀਰ ਤਾਂ ਇਦਾਂ ਲੱਗਦਾ ਤੁਸੀਂ ਮਰ ਗਏ ਹੁੰਦੇ। ਹਾਂਜੀ। ਤਾਂ ਫਿਰ ਥੋੜੇ ਚਿਰ ਬਾਅਦ ਉਹਦਾ ਅਸਰ ਖਤਮ ਹੋ ਜਾਂਦਾ। ਹਾਂਜੀ। ਜਾਂ ਪਾਰਟਿਕੂਲਰ ਅੰਗ, ਜੇ ਕਿਸੇ ਨੇ ਅੱਖ ਤੇ ਆਪਰੇਸ਼ਨ ਕਰਨਾ, ਕੰਨ ਦਾ ਕਰਨਾ, ਉਸ ਏਰੀਏ ਦਾ ਕਰਦੇ ਆ, ਉਹ ਪੇਨ ਖਤਮ ਕਰ ਦੇਣੀ ਤਾਂ ਕਿ ਤੁਸੀਂ ਉੱਥੇ ਉਹਦੀ ਜੋ ਵੀ ਆਪਰੇਸ਼ਨ ਕਰਨਾ ਕਰ ਸਕਦੇ। ਇਸ ਔਰਤ ਨੇ ਇੱਕ ਸਪੈਸ਼ਲਿਸਟ ਬਣ ਕੇ ਜਰਮਨੀ ਦੇ ਵਿੱਚ ਕਈ ਸਾਲ, ਦੇਖੋ ਇੱਕ ਨਹੀਂ ਕਈ ਸਾਲਾਂ ਤੋਂ ਕਰ ਰਹੀ ਹੈ। ਹਾਂਜੀ। ਤਾਂ ਕਿੰਨੀ ਸਮਾਰਟ ਹੋ ਗਈ। ਇੱਥੇ ਸਾਡੇ ਵੈਨਕੂਵਰ ਦੇ ਵਿੱਚ ਵੀ ਇੱਕ ਖਬਰ ਆਈ ਸੀ, ਆਉਂਦੀਆਂ ਰਹਿੰਦੀਆਂ ਵੈਸੇ ਇਹ ਖਬਰਾਂ, ਕਿ ਇੱਕ ਨਰਸ ਨੇ 9 ਸਾਲ ਕੰਮ ਕੀਤਾ ਇੱਕ ਹਸਪਤਾਲ ਦੇ ਵਿੱਚ। ਉਹ ਨਰਸ ਨਹੀਂ ਸੀ, ਵੈਸੇ ਹੀ ਉਹਨੇ ਨਰਸ ਬਣਾ ਕੇ ਕ੍ਰੈਡੈਂਸ਼ੀਅਲ ਪਤਾ ਨਹੀਂ ਕਿੱਥੋਂ ਲੈ ਕੇ ਆਈ ਕਿ ਇਹਨੂੰ ਮੋਸਟਲੀ ਜਦੋਂ ਹਾਇਰ ਕਰਦੇ ਤੁਹਾਨੂੰ, ਤੁਹਾਡਾ ਕੋਈ ਸਰਟੀਫਿਕੇਟ ਨਹੀਂ ਦੇਖਦਾ, ਕੋਈ ਨਹੀਂ ਦੇਖਦਾ ਕਿ ਤੁਹਾਡੀ ਟ੍ਰਾਂਸਕ੍ਰਿਪਟ ਹੈ ਜਾਂ ਨਹੀਂ। ਉਹ ਦੇਖ ਲੈਂਦੇ ਕਿ CV ਤੇ ਰੈਜ਼ੂਮੇ ਤੇ ਕੀ ਲਿਖਿਆ ਹੈ ਤੁਸੀਂ। ਇਸ ਤਰ੍ਹਾਂ ਦੇ ਡਾਕਟਰ ਬਹੁਤ ਤੁਰੇ ਫਿਰਦੇ ਇੱਥੇ। ਹਿੰਦੁਸਤਾਨ ਤੋਂ ਜਿਹੜਾ ਵੀ ਨੀਮ ਹਕੀਮ ਆਉਂਦਾ ਹੈ ਉਹ ਆਪਣੇ ਆਪ ਨੂੰ ਡਾਕਟਰ ਲਿਖੇ ਜਾਂਦਾ। ਹਾਂਜੀ। ਜਿਹਨੇ 11ਵੀਂ ਨੂੰ ਪੜ੍ਹਾਇਆ ਉਹ ਪ੍ਰੋਫੈਸਰ ਲਿਖੀ ਜਾਂਦਾ। ਹਾਂਜੀ। ਤੇ ਇਹ ਬੰਦਿਆਂ ਨੇ ਗਾਹਾਂ ਜੇ ਕਿਸੇ ਨੇ ਨੌਕਰੀ ਤੇ ਰੱਖ ਲਿਆ, ਹੋ ਸਕਦਾ ਉਹਨਾਂ ਨੇ ਟ੍ਰਾਂਸਕ੍ਰਿਪਟ ਨਾ ਦੇਖੀਆਂ ਹੋਣ, ਹੋ ਸਕਦਾ ਉਹਨਾਂ ਨੇ CV ਤੇ ਵੈਰੀਫਾਈ ਨਾ ਕੀਤਾ ਹੋਵੇ ਉਹਨਾਂ ਦਾ। ਇਸ ਡਾਕਟਰ ਦੀ ਇੱਕ ਮਿਸਾਲ ਹੈ ਕਿ ਉਹਦਾ ਜ਼ਰੂਰ ਕੁਛ ਨਾ ਕੁਛ ਤਾਂ ਮਿਸ ਹੋਇਆ ਹੋਣਾ। ਹਾਂਜੀ। ਜਿਨ੍ਹਾਂ ਨੇ ਉਹਨੂੰ ਮਾਨਤਾ ਦਿੱਤੀ, ਹੁਣ ਫੜ ਹੋਈ ਆ ਉਹ। ਹਾਂਜੀ। ਤੇ ਬਹੁਤ ਲੋਕੀ ਨਕਲੀ ਆ ਜਿਹੜੇ ਇੱਥੇ ਤੁਰੇ ਫਿਰਦੇ ਆ, ਨਕਲੀ ਤੌਰ ਤੇ। ਉਹ ਪੰਜਾਬ ਦੇ ਵਿੱਚ ਹੁਣੇ ਹੀ ਪਿਛਲੇ ਹਫ਼ਤੇ ਕੋਈ DGP ਬਣ ਕੇ ਤੁਰਿਆ ਫਿਰਦਾ ਸੀ। ਹਾਂਜੀ। ਚਲੋ DGP ਬਣ ਕੇ ਤੁਸੀਂ ਕੰਮ ਹੀ ਕਰਾ ਸਕਦੇ, ਤੁਸੀਂ ਕਮ ਸੇ ਕਮ ਕਿਸੇ ਦਾ ਆਪਰੇਸ਼ਨ ਤਾਂ ਨਹੀਂ ਕਰਦੇ ਜੀ। ਇਹ ਤਾਂ ਆਪਰੇਸ਼ਨ ਕਰਨ ਲੱਗੀ, ਕਿੰਨੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ। ਦੇਖੋ ਖਤਰੇ ਵਾਲੀ ਗੱਲ ਇਹ ਆ ਵੀ ਮੈਡੀਸਨ ਦੇ ਵਿੱਚ ਜੀ, ਮੈਡੀਕਲ ਫੀਲਡ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਰੱਬ ਸਮਝਦੇ ਹਾਂ, ਹਾਂਜੀ, ਉਹਦੇ ਵਿੱਚ ਨਕਲੀ ਬੰਦੇ ਤੁਰੇ ਫਿਰਦੇ ਜੀ। ਡਾਕਟਰ ਸਾਹਿਬ ਤੇ ਅੱਜ ਦਾ ਵਿਚਾਰ ਦੱਸੋ। ਹਾਂਜੀ, ਅੱਜ ਦਾ ਵਿਚਾਰ ਹੈਗਾ ਕਿ ਬਲਦ ਨੂੰ ਪੇੜਾ ਦੇ ਕੇ ਤੋਰਨਾ ਚਾਹੀਦਾ ਹੈ। ਤੇ ਇਸ ਦੇ ਨਾਲ ਹੀ ਅਸੀਂ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 6045929191। ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਮੈਸੇਜ ਕਰਕੇ ਵੀ ਦੱਸ ਸਕਦੇ ਹੋ। ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਹੈ ਰੇਡੀਓ ਇੰਡੀਆ 1110 ਦੇ ਨਾਂ ਹੇਠ। ਇਸ ਤੋਂ ਇਲਾਵਾ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@radioindia.ca। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।